ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਇਹ ਵੀਡੀਓ ਨੰਬਰ 6 ਹੈ, ਜਿੱਥੇ ਆਪਾਂ ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਾਂਗੇ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਜੋ ਕਿ ਬਹੁਤ ਹੀ ਇੰਪੋਰਟੈਂਟ ਰੋਲ ਹੈ ਜੀ ਤੁਹਾਡੇ ਐਗਜ਼ਾਮ ਦੇ ਵਿੱਚ ਪਲੇ ਕਰਦੀ ਹੈ। ਸੋ ਇਹਦੇ ਬਹੁਤ ਸਾਰੇ ਜਿਹੜੇ ਪ੍ਰਸ਼ਨ ਹੈ ਜੀ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਜੇਕਰ ਤੁਹਾਡੀ ਜਿਹੜੀ ਸਮਝ ਹੈ ਜੀ ਇਹਦੇ ਵਿੱਚ ਹੈ ਤਾਂ ਤੁਹਾਡੇ ਜਿਹੜੇ ਨੰਬਰ ਹੈਗੇ ਜੀ ਉਹ ਕੰਪੈਰੀਟਿਵਲੀ ਜੇ ਤੁਸੀਂ ਬਾਕੀ ਸਬਜੈਕਟਾਂ ਤੋਂ ਕੰਪੇਅਰ ਕਰੋ ਵੀ ਬਹੁਤ ਚੰਗੇ ਬਣ ਸਕਦੇ ਆ। ਸੋ ਦੋਸਤੋ, ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸੋ ਦੋਸਤੋ, ਇਹ ਜਿਹੜੀ ਵੀਡੀਓ ਹੈ ਇਹਨੂੰ ਆਪਾਂ 24 ਦਸੰਬਰ 2021 ਦੇ ਵਿੱਚ ਜਿਹੜਾ ਐਗਜ਼ਾਮ ਹੋਣਾ ਹੈ ਜੀ ਪੀਐਸ ਟੈਟ ਦਾ, ਭਾਵੇਂ ਉਹ ਪੇਪਰ 1 ਹੋਵੇ ਭਾਵੇਂ ਉਹ ਪੇਪਰ 2 ਹੋਵੇ, ਸੋ ਦੋਨਾਂ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜੀ ਵੀਡੀਓ ਹੈ ਜੀ ਇਹਨੂੰ ਅਸੀਂ ਰਿਕਾਰਡ ਕਰ ਰਹੇ ਹਾਂ। ਸੋ ਦੋਸਤੋ, ਮੈਂ ਉਮੀਦ ਕਰੂੰਗਾ ਕਿ ਤੁਸੀਂ ਇਸ ਸੈਸ਼ਨ ਨੂੰ ਕਾਫੀ ਜ਼ਿਆਦਾ ਇੰਜੋਏ ਕਰੋਗੇ। ਇੱਥੋਂ ਜਿਹੜੀ ਵੀ ਨੌਲੇਜ ਮਿਲੇਗੀ, ਅੰਡਰਸਟੈਂਡਿੰਗ ਮਿਲੇਗੀ, ਤੁਹਾਡੇ ਲਈ ਉਹ ਬਹੁਤ ਜ਼ਿਆਦਾ ਯੂਸਫੁਲ ਹੋਏਗੀ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇੱਥੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ। ਇੱਥੇ ਇੱਕ ਸਬਸਕ੍ਰਾਈਬ ਬਟਨ ਹੋਏਗਾ ਰੈੱਡ ਜੇ ਕਲਰ ਦਾ, ਇਹਨੂੰ ਪ੍ਰੈਸ ਕਰਕੇ ਇਹਨੂੰ ਬਲੈਕ ਕਰ ਦਿਓ ਜੀ। ਤੇ ਇਹਦੇ ਨਾਲ ਹੀ ਇੱਕ ਬੈਲ ਆਈਕਨ ਵੀ ਹੋਏਗਾ, ਤੁਸੀਂ ਉਹਨੂੰ ਵੀ ਪ੍ਰੈਸ ਕਰ ਲੈਣਾ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਹੈ ਜੀ, ਮੈਂ ਇੰਪੋਰਟੈਂਟ ਜਿਹੜੀਆਂ ਵੀਡੀਓਜ਼ ਨੇ ਜੀ ਉਹ ਅਪਲੋਡ ਕਰਦਾ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਹੀ ਨਹੀਂ, ਜਾਂ ਫਿਰ ਕਹਿ ਲਓ ਵੀ ਉਹ ਤੁਹਾਡੇ ਤੋਂ ਜਿਹੜੀ ਵੀਡੀਓ ਹੈ ਉਹ ਮਿਸ ਹੋ ਜਾਂਦੀ ਹੈ। ਸੋ ਮੰਨ ਲਓ ਵੀ ਕੋਈ ਇੰਪੋਰਟੈਂਟ ਜਿਹੜਾ ਟੌਪਿਕ ਸੀਗਾ ਜਾਂ ਫਿਰ ਕੋਈ ਇੰਪੋਰਟੈਂਟ ਕੁਐਸਚਨ ਸੀਗਾ, ਉਹਦੀ ਆਪਾਂ ਵੀਡੀਓ ਬਣਾਈ ਤੇ ਤੁਹਾਡੇ ਤੋਂ ਮਤਲਬ ਕਿ ਤੁਸੀਂ ਉਹਨੂੰ ਨਹੀਂ ਵੇਖਿਆ ਤੇ ਪੇਪਰ ਦੇ ਵਿੱਚ ਉਹੀ ਜੇ ਕੁਐਸਚਨ ਆ ਗਿਆ, ਫਿਰ ਮਤਲਬ ਲਾਸ ਤਾਂ ਤੁਹਾਡਾ ਹੀ ਹੈ ਨਾ। ਸੋ ਇਹਦੇ ਕਰਕੇ ਕਹਿ ਰਿਹਾ ਹੁੰਨਾ ਮੈਂ ਕਿ ਸਬਸਕ੍ਰਾਈਬ ਬਟਨ ਤੇ ਜਰੂਰ ਕਲਿੱਕ ਕਰਿਆ ਕਰੋ ਤੇ ਇਹਦੇ ਨਾਲ ਹੀ ਜਿਹੜਾ ਬੈਲ ਆਈਕਨ ਹੈ ਤੁਸੀਂ ਉਹਨੂੰ ਵੀ ਪ੍ਰੈਸ ਕਰ ਲਿਆ ਕਰੋ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਤੇ ਦੋਸਤੋ, ਅੱਜ ਦੀ ਜਿਹੜੀ ਕਲਾਸ ਹੈ ਜੀ ਮੈਂ ਕੁਐਸਚਨ ਸਾਰੇ ਮੈਂ ਆਪ ਹੀ ਟਾਈਪ ਕੀਤੇ ਆ, ਕਿਉਂਕਿ ਕੱਲ ਵਾਲੀ ਜਿਹੜੀ ਵੀਡੀਓ ਸੀਗੀ ਮੈਂ ਉੱਥੇ ਆਪ ਵੀ ਫੀਲ ਕੀਤਾ ਕਿ ਜਿਹੜੇ ਪ੍ਰਸ਼ਨ ਹੈਗੇ ਸੀਗੇ ਜੀ ਉਹ ਤੁਹਾਨੂੰ ਵਿਖ ਨਹੀਂ ਰਹੇ ਸੀ ਚੰਗੀ ਤਰ੍ਹਾਂ। ਸੋ ਦੋਸਤੋ, ਤੁਸੀਂ ਥੋੜਾ ਜਿਹਾ ਮੈਨੇਜ ਕਰ ਲਿਓ ਜੇਕਰ ਕਿਤੇ ਵੀ ਸਪੈਲਿੰਗ ਮਿਸਟੇਕ ਹੋਈ। ਸੋ ਦੋਸਤੋ, ਜਿਹੜਾ ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ ਆਪਾਂ ਮੇਨਲੀ 15 ਪ੍ਰਸ਼ਨ ਹੋਣਗੇ। ਤੁਸੀਂ ਕੋਸ਼ਿਸ਼ ਕਰਨੀ ਆ ਪਹਿਲਾਂ ਤਾਂ ਵੀਡੀਓ ਨੂੰ ਪੌਜ਼ ਕਰ ਲਿਓ, ਫਿਰ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਓ ਤੇ ਨਾਲ ਲਾਈਵ ਚੈਟ ਵੀ ਚੱਲ ਰਹੀ ਹੋਣੀ ਹੈ, ਜਾਂ ਫਿਰ ਬਾਅਦ ਵਿੱਚ ਵੀ ਕੋਈ ਸਟੂਡੈਂਟ ਵੇਖ ਰਿਹਾ ਤੇ ਉਹ ਸੋਚ ਕੇ ਪੌਜ਼ ਕਰਕੇ ਵੀ ਵੀਡੀਓਜ਼ ਨੂੰ ਵੇਖ ਸਕਦਾ ਹੈ। ਸੋ ਦੋਸਤੋ, ਜਿਹੜਾ ਪਹਿਲਾ ਪ੍ਰਸ਼ਨ ਹੈ, what is the full form of ICIDH? ICIDH ਦਾ ਪੂਰਨ ਰੂਪ ਕੀ ਹੈ? ਸੋ ਦੋਸਤੋ, ਇਹਦੇ ਵਿੱਚ ਦੱਸੋ। ਇਹ ਤਾਂ ਮੇਨਲੀ ਜਿਹੜਾ ਸਟੈਟਿਕ ਬੇਸਡ ਪ੍ਰਸ਼ਨ ਹੈ ਜੀ ਇਹ ਇਹਨਾਂ ਨੇ ਪੁੱਛ ਲਿਆ ਹੈ। ਸੋ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਮੈਂ ਜਿਹੜੀਆਂ ਹੈਗੀਆਂ ਜੀ ਫੁੱਲ ਫਾਰਮਾਂ ਇਹ ਮੈਂ ਪੜ੍ਹ ਦਿੰਨਾ, ਉਸ ਤੋਂ ਬਾਅਦ ਤੁਸੀਂ ਜਵਾਬ ਦੇਣਾ ਹੈ ਕਿ ਇਹਦਾ ਜਵਾਬ ਕੀ ਹੋਏਗਾ। ਸੋ ਪਹਿਲੀ ਆਪਸ਼ਨ ਮੈਂ ਪੜ੍ਹ ਦਿੰਨਾ, ਇੰਡੀਅਨ ਕਲਾਸੀਫਿਕੇਸ਼ਨ ਆਫ ਇੰਪੇਅਰਮੈਂਟ, ਡਿਸੇਬਿਲਿਟੀਜ਼ ਐਂਡ ਹੈਂਡੀਕੈਪਸ, ਜਾਂ ਫਿਰ ਆਪਸ਼ਨ ਨੰਬਰ ਬੀ, ਇੰਡੀਅਨ ਕਲਾਸੀਫਿਕੇਸ਼ਨ ਫॉर ਇੰਪੇਅਰਮੈਂਟ, ਡਿਸੇਬਿਲਿਟੀਜ਼ ਐਂਡ ਹੈਂਡੀਕੈਪਸ, ਇੰਟਰਨੈਸ਼ਨਲ ਕਲਾਸੀਫਿਕੇਸ਼ਨ ਫॉर ਇੰਪੇਅਰਮੈਂਟ, डिसेबिलिटीज एंड हैंडीकैप्स, या फिर इंटरनेशनल क्लासिफिकेशन ऑफ इंपेयरमेंट डिसेबिलिटीज एंड हैंडीकैप्स। सो दोस्तों सोच के दसो ਇਹਦਾ ਜਵਾਬ ਕੀ ਹੋਏਗਾ ਜੀ। ਇੱਕ ਵਾਰ ਮੈਂ ਪੰਜਾਬੀ ਚ ਵੀ ਪੜ੍ਹ ਦਿੰਨਾ। ਇੰਡੀਅਨ, ਇਹ ਤਾਂ ਚਲੋ ਸੇਮ ਹੀ ਚੀਜ਼ ਹੈ ਜੀ, ਇਹਨੂੰ ਤੁਸੀਂ ਆਪ ਹੀ ਵੇਖ ਲਿਓ। ਸੋ ਮੈਂ ਇੱਥੇ ਤੁਹਾਨੂੰ ਸਿੱਧਾ ਸਹੀ ਜਵਾਬ ਦੱਸੂਗਾ ਵੀ ਕੀ ਹੈ। ਇੱਥੇ ਥੋੜਾ ਡਿਫਰੈਂਸ ਤੁਹਾਨੂੰ ਵੇਖਣ ਨੂੰ ਮਿਲੇਗਾ, ਜਿਵੇਂ ਕਿ ਇੱਥੇ ਇੰਡੀਅਨ ਕਲਾਸੀਫਿਕੇਸ਼ਨ ਲਿਖਿਆ ਹੋਇਆ, ਠੀਕ ਹੈ ਨਾ ਜੀ। ਇੱਥੇ ਇੰਡੀਅਨ ਕਲਾਸੀਫਿਕੇਸ਼ਨ ਤੋਂ ਬਾਅਦ ਜੇਕਰ ਤੁਸੀਂ ਵੇਖਦੇ ਹੋ ਤੇ ਇੱਥੇ ਆਫ ਲਾਇਆ ਹੋਇਆ, ਇੱਥੇ ਫੋਰ ਲਾਇਆ ਹੋਇਆ। ਇਹਦੇ ਵਿੱਚ ਹੀ ਜਿਵੇਂ ਕਿ ਥਰਡ ਆਪਸ਼ਨ ਹੈ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਫॉर ਇੰਪੇਅਰਮੈਂਟ ਲਿਖਿਆ ਹੋਇਆ, ਇੱਥੇ ਸੇਮ ਚੀਜ਼ ਲਿਖੀ ਹੋਈ ਹੈ ਬਟ ਇੱਥੇ ਆਫ ਲਾਇਆ ਹੋਇਆ। ਸੋ ਦੋਸਤੋ, ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਨਾ ਜੀ ਉਹ ਹੈ ਜੀ ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ ਨੂੰ ਤੁਸੀਂ ਕਰ ਸਕਦੇ ਹੋ ਟਿਕ, ਕਿਉਂਕਿ ਤੁਹਾਡਾ ਇਹੀ ਜਵਾਬ ਸਹੀ ਹੈ ਜੀ ਤੇ ਇਹਨੂੰ ਯਾਦ ਵੀ ਕਰ ਲਿਓ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਇਹਦੇ ਵਿੱਚ ਕੋਈ ਸਮਝਾਉਣ ਨੂੰ ਹੈ ਨਹੀਂ ਸੀ ਤਾਂ ਕਰਕੇ ਮੈਨੂੰ ਬਹੁਤਾ ਐਕਸਪਲੇਨ ਕੀਤਾ ਨਹੀਂ। ਵੇਖਦੇ ਹਾਂ ਜੀ ਜਿਹੜਾ ਅਗਲਾ ਪ੍ਰਸ਼ਨ ਹੈ, ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ, ਦਾ ਕੰਸੈਪਟ ਆइडेंटिटी वर्सेस रोल कन्फ्यूजन हैपन्स इन, ਵੀ ਪਹਿਚਾਣ ਬਨਾਮ ਭੂਮਿਕਾ ਉਲਝਣ ਦੀ ਧਾਰਨਾ ਹੁੰਦੀ ਹੈ। ਸੋ ਦੋਸਤੋ, ਸੋਚ ਕੇ ਦੱਸੋ ਇਹਦਾ ਜਵਾਬ ਕੀ ਹੋਏਗਾ। अर्ਲੀ ਚਾਈਲਡਹੁੱਡ ਸਟੇਜ ਦੇ ਵਿੱਚ, ਜਾਂ ਫਿਰ ਅਡੋਲਸੈਂਟ ਏਜ ਦੇ ਵਿੱਚ, ਚਾਈਲਡਹੁੱਡ ਏਜ ਦੇ ਵਿੱਚ, ਜਾਂ ਫਿਰ ਮਿਡਲ ਚਾਈਲਡਹੁੱਡ ਏਜ ਦੇ ਵਿੱਚ, ਆਰੰਭਿਕ ਬਾਲ ਅਵਸਥਾ ਵਿੱਚ, ਕਿਸ਼ੋਰ ਅਵਸਥਾ ਵਿੱਚ, ਬਾਲ ਅਵਸਥਾ ਵਿੱਚ, ਜਾਂ ਫਿਰ ਮੱਧ ਬਾਲ ਅਵਸਥਾ ਵਿੱਚ। ਵੈਸੇ ਦੋਸਤੋ, ਇਹਦਾ ਜਿਹੜਾ ਸੈਸ਼ਨ ਹੈ ਨਾ ਜੀ ਥਿਊਰੀ ਵਾਲਾ ਸੈਸ਼ਨ, ਇਹ ਮੈਂ ਕਾਫੀ ਮਹੀਨੇ ਪਹਿਲਾਂ ਜਿਹੜਾ ਸੈਸ਼ਨ ਸੀਗਾ ਉਹ ਲਿਆ ਸੀਗਾ ਜੀ। ਤੁਸੀਂ ਵੀਡੀਓ ਦੇ ਵਿੱਚ ਸਰਚ ਕਰ ਸਕਦੇ ਹੋ। ਮੈਂ ਤੁਹਾਨੂੰ ਇੱਕ ਵਾਰ ਉਹ ਜਿਹੜੀ ਥਿਊਰੀ ਹੈ ਮੈਂ ਉਹ ਵੀ ਤੁਹਾਨੂੰ ਕੀ ਕਰ ਦੇਣਾ ਜੀ, ਰਿਵਾਈਜ਼ ਕਰਵਾ ਦੇਣਾ। ਸੋ ਦੋਸਤੋ, ਮੈਂ ਤੁਹਾਡੇ ਸਾਹਮਣੇ ਐਰਿਕ ਐਰਿਕਸਨ ਦੀ 8 ਸਟੇजेस ਆਫ ਜਿਹੜੀਆਂ ਡਿਵੈਲਪਮੈਂਟ ਹੈਗੀਆਂ ਸੀਗੀਆਂ ਜੀ, ਮੈਂ ਉਹ ਤੁਹਾਡੇ ਸਾਹਮਣੇ ਓਪਨ ਕੀਤੀ ਹੋਈ ਹੈ, ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ। ਇਹਦੇ ਵਿੱਚ ਜਿਹੜਾ ਆਪਾਂ ਜਿਹੜਾ ਪ੍ਰਸ਼ਨ ਵੇਖਿਆ ਸੀਗਾ ਉਹ ਕੀ ਸੀ ਜੀ, ਆइडेंटिटी वर्सेस ਕਨਫਿਊਜ਼ਨ। ਆਹੀ ਸੀ ਨਾ ਜੀ, ਆइडेंटिटी वर्सेस ਕਨਫਿਊਜ਼ਨ। ਸੋ ਇਹਦੇ ਵਿੱਚ ਤੁਸੀਂ ਵੇਖੋ ਇਹ ਸਟੇਜ ਹੈਗੀ 5ਵੀਂ, ਠੀਕ ਹੈ ਨਾ ਜੀ, ਜਾਣ ਪਛਾਣ ਬਨਾਮ ਭੂਮਿਕਾ ਸੰਭ੍ਰਾਂਤੀ। ਇਹਦੇ ਵਿੱਚ ਜੇ ਤੁਸੀਂ ਵੇਖਦੇ ਹੋ, ਮੈਂ ਤੁਹਾਡੇ ਸਾਹਮਣੇ ਆ ਟੇਬਲ ਕੱਢਿਆ ਹੋਇਆ, ਜਿਹਦੇ ਵਿੱਚ ਤੁਸੀਂ ਜੇ ਵੇਖੋਗੇ ਤੇ ਆइडेंटिटी वर्सेस ਜਿਹੜਾ ਰੋਲ ਕਨਫਿਊਜ਼ਨ ਹੈ ਇਹ ਤੁਹਾਨੂੰ ਕਿੱਥੇ ਵੇਖਣ ਨੂੰ ਮਿਲੇਗਾ ਜੀ, ਇਹ ਤੁਹਾਨੂੰ ਅਡੋਲਸੈਂਸ ਵਾਲੀ ਜਿਹੜੀ ਏਜ ਹੈ ਜੀ ਇੱਥੇ ਤੁਹਾਨੂੰ ਵੇਖਣ ਨੂੰ ਮਿਲੇਗਾ। ਮਤਲਬ ਕਿ 12 ਤੋਂ ਲੈ ਕੇ 18 ਸਾਲਾਂ ਦੇ ਵਿੱਚ ਵਾਲੀ ਜਿਹੜੀ ਸਟੇਜ ਹੁੰਦੀ ਹੈ ਨਾ ਉਹਨੂੰ ਤੁਸੀਂ ਅਡੋਲਸੈਂਸ ਕਹਿੰਦੇ ਹੋ, ਤੇ ਤੁਹਾਨੂੰ ਅਡੋਲਸੈਂਸ ਏਜ ਦੇ ਵਿੱਚ ਹੀ ਕਹਿ ਲਓ ਵੀ ਆइडेंटिटी वर्सेस ਰੋਲ ਕਨਫਿਊਜ਼ਨ ਵੇਖਣ ਨੂੰ ਮਿਲਦਾ ਹੈ। ਜੇਕਰ ਆਪਾਂ ਉਹ ਪੀਪੀਟੀ ਵੇਖੀਏ, ਮਤਲਬ ਕਿ ਜਿਹੜੇ ਆਪਾਂ ਪ੍ਰਸ਼ਨ ਕਰ ਰਹੇ ਹਾਂ ਇਹਦੇ ਵਿੱਚ ਜੇਕਰ ਤੁਸੀਂ ਆਨਸਰ ਵੇਖੋਗੇ ਤੇ ਇਹਦਾ ਜਵਾਬ ਕੀ ਹੈ ਜੀ, ਮਤਲਬ ਕਿ ਇਹਦੇ ਵਿੱਚ ਲਿਖਿਆ ਵੀ ਹੋਇਆ ਨਾ ਆਪਸ਼ਨ ਨੰਬਰ ਜਿਹੜਾ ਬੀ ਹੈ
ਆਪਸ਼ਨ ਨੰਬਰ ਜੇਕਰ ਤੁਸੀਂ ਬੀ ਨੂੰ ਵੇਖਦੇ ਹੋ, ਇੱਥੇ ਤੁਹਾਨੂੰ ਇਹੀ ਗੱਲ ਪੁੱਛੀ ਗਈ ਹੈ ਕਿ ਜਿਹੜੀ ਪਹਿਚਾਣ ਬਨਾਮ ਭੂਮਿਕਾ ਉਲਝਣ ਦੀ ਧਾਰਨਾ ਹੁੰਦੀ ਹੈ ਇਹ ਤੁਹਾਨੂੰ ਮੇਨਲੀ ਐਡੋਲਸੈਂਟ ਏਜ ਦੇ ਵਿੱਚ ਵੇਖਣ ਨੂੰ ਮਿਲੇਗੀ। ਜੇਕਰ ਆਪਾਂ ਹੋਰ ਸਟੇजेस ਦੀ ਗੱਲ ਕਰੀਏ, ਕਿਉਂਕਿ ਜਿਹੜਾ ਤੁਹਾਡਾ ਪ੍ਰਸ਼ਨ ਹੈ ਜੀ ਹੋਰ ਕਿਸੇ ਸਟੇजेस ਦੇ ਵਿੱਚ ਵੀ ਪੁੱਛਿਆ ਜਾ ਸਕਦਾ ਨਾ, ਸੋ ਆਪਾਂ ਇੱਕ ਵਾਰ ਵੈਸੇ ਰਿਵੀਜ਼ਨ ਟਾਈਪ ਕਰ ਲੈਂਦੇ ਆ ਕਿ ਐਰਿਕ ਐਰਿਕਸਨ ਦੀ ਜਿਹੜੀ ਥਿਊਰੀ ਹੈ ਉਹ ਲਗਭਗ 8 ਸਟੇजेस ਦੇ ਵਿੱਚ ਡਿਵਾਈਡ ਹੈ ਜੀ, ਜਿਹਦੇ ਵਿੱਚ ਤੁਸੀਂ ਟਰਸਟ ਵਰਸਸ ਮਿਸਟਰਸਟ ਵੇਖ ਸਕਦੇ ਹੋ। ਇਸ ਦੇ ਨਾਲ ਹੀ ਤੁਹਾਡੇ ਸਾਹਮਣੇ ਇੱਕ ਹੋਰ ਵੀ ਹੈ ਜੀ, ਟਰਸਟ ਵਰਸਸ ਮਿਸਟਰਸਟ ਤੁਹਾਨੂੰ ਇਨਫੈਂਸੀ ਦੇ ਵਿੱਚ ਵੇਖਣ ਨੂੰ ਮਿਲੇਗੀ, ਮਤਲਬ ਕਿ ਬਰਥ ਤੋਂ ਲੈ ਕੇ 18 ਮਹੀਨਿਆਂ ਤੱਕ, ਜਿਹਦੇ ਵਿੱਚ ਜਿਹੜੇ ਇੰਪੋਰਟੈਂਟ ਇਵੈਂਟ ਹੁੰਦੇ ਨੇ। ਚਲੋ ਮੈਂ ਇਹ ਤਾਂ ਐਕਸਪਲੇਨ ਨਹੀਂ ਕਰੂੰਗਾ, ਮੈਂ ਵੈਸੇ ਛੇਤੀ ਦੱਸ ਦਿੰਦਾ ਵੀ अर्ਲੀ ਚਾਈਲਡਹੁੱਡ ਏਜ ਜਿਹੜੀ ਕਿ ਤੁਹਾਨੂੰ 2 ਤੋਂ ਲੈ ਕੇ 3 ਸਾਲਾਂ ਤੱਕ ਵੇਖਣ ਨੂੰ ਮਿਲੇਗੀ, ਜਿਹਦੇ ਵਿੱਚ ਆਟੋਨੋਮੀ ਵਰਸਸ ਸ਼ੇਮ ਐਂਡ ਡਾਊਟ ਹੁੰਦਾ ਹੈ। ਪ੍ਰੀ ਸਕੂਲ ਦੀ ਜੇ ਆਪਾਂ ਗੱਲ ਕਰੀਏ, ਇਹ 3rd ਸਟੇਜ ਹੈ ਜੀ, 3 ਤੋਂ 5 ਸਾਲਾਂ ਦੇ ਵਿੱਚ ਬੱਚੇ ਦੀ ਏਜ ਹੁੰਦੀ ਹੈ ਤੇ ਇਹਦੇ ਵਿੱਚ ਇਨੀਸ਼ੀਏਟਿਵ ਵਰਸਸ ਗਿਲਟ ਦੀ ਭਾਵਨਾ ਵੇਖਣ ਨੂੰ ਮਿਲਦੀ ਹੈ। ਵੈਸੇ ਮੈਂ ਪੰਜਾਬੀ ਦੇ ਵਿੱਚ ਆਲਰੇਡੀ ਸਮਝਾ ਚੁੱਕਿਆ, ਤੁਸੀਂ ਇਹ ਵੀਡੀਓ ਜ਼ਰੂਰ ਵੇਖ ਲਿਓ। ਇਸ ਤੋਂ ਪਹਿਲਾਂ ਵੀ ਮੈਂ ਕਾਫੀ 6-7 ਮਹੀਨੇ ਪਹਿਲਾਂ ਬਣਾਈ ਸੀਗੀ ਉਹ। ਇਸ ਤੋਂ ਬਾਅਦ ਆ ਜਾਂਦਾ ਸਕੂਲ ਏਜ, 6 ਤੋਂ ਲੈ ਕੇ 11 ਸਾਲਾਂ ਦੇ ਵਿੱਚ ਇੰਡਸਟਰੀ ਵਰਸਸ ਇਨਫੀਰੀਅਰਿਟੀ ਵਾਲੀ ਸਟੇਜ ਆ ਜਾਂਦੀ ਹੈ, ਜਿਹਦੇ ਵਿੱਚ ਤੁਹਾਨੂੰ ਮੇਨਲੀ ਇੰਪੋਰਟੈਂਟ ਇਵੈਂਟ ਹੈਗੇ ਜਿਹੜੇ ਕਿ ਸਕੂਲ ਹੋ ਗਿਆ ਜੀ। ਐਡੋਲਸੈਂਸ ਦੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਜਿੱਥੋਂ ਪ੍ਰਸ਼ਨ ਬਣਿਆ ਸੀਗਾ, ਆਇਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਦੀ ਗੱਲ ਕੀਤੀ ਹੈ ਜੀ। ਯੰਗ ਅਡਲਟਹੁੱਡ 19 ਤੋਂ ਲੈ ਕੇ 40 ਸਾਲਾਂ ਦੇ ਵਿੱਚ ਆਹ ਵਾਲੀ ਸਟੇਜ ਵੇਖਣ ਨੂੰ ਮਿਲਦੀ ਹੈ ਜੀ, ਜਿਹਦੇ ਵਿੱਚ ਤੁਸੀਂ ਇੰਟੀਮੇਸੀ ਵਰਸਸ ਆਈਸੋਲੇਸ਼ਨ ਵੇਖਦੇ ਹੋ। ਮਿਡਲ ਅਡਲਟਹੁੱਡ ਏਜ ਜਿਹਦੇ ਵਿੱਚ 40 ਤੋਂ ਲੈ ਕੇ 45 ਸਾਲਾਂ ਦੀ ਇੱਥੇ ਜਿਹੜਾ ਟਾਈਮ ਪੀਰੀਅਡ ਹੈ ਜੀ ਉਹਦੀ ਗੱਲ ਕੀਤੀ ਗਈ ਹੈ। ਜਨਰੇਟਿਵਿਟੀ ਵਰਸਸ ਸਟੈਗਨੇਸ਼ਨ ਹੈ ਜੀ। ਲਾਸਟ ਤੇ ਆ ਜਾਂਦੀ ਹੈ ਜੀ ਮੈਚੋਰਿਟੀ, ਜਿਹੜੀ ਕਿ 65 ਸਾਲਾਂ ਤੋਂ ਬਾਅਦ ਦੀ ਗੱਲ ਕੀਤੀ ਜਾਂਦੀ ਹੈ, 65 ਤੋਂ ਲੈ ਕੇ ਡੈਥ ਤੱਕ, ਜਿਹਦੇ ਵਿੱਚ ਈਗੋ ਇੰਟੀਗ੍ਰਿਟੀ ਵਰਸਸ ਡਿਸਅਪੀਅਰ ਦੀ ਆਪਾਂ ਗੱਲ ਕਰਦੇ ਹਾਂ। ਸੋ ਦੋਸਤੋ ਇਹ ਮੈਂ ਬਹੁਤਾ ਐਕਸਪਲੇਨ ਨਹੀਂ ਕੀਤਾ, ਤੁਹਾਨੂੰ ਰਫਲੀ ਥੋੜਾ ਜਿਹਾ ਦੱਸਤਾ, ਸੋ ਇਹ ਤੁਸੀਂ ਵੇਖ ਲਿਓ। ਹੁਣ ਆਪਾਂ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਜਿਹੜਾ ਅਗਲਾ ਪ੍ਰਸ਼ਨ ਹੈ ਜੀ, ਇਹਦੀ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ ਇਹ ਪੁੱਛਿਆ ਜਾ ਰਿਹਾ, the right sequence of major stage of cognitive symbol as proposed by ਜਿਓਰਮ ਬਰੂਨਰ ਆਰ, ਵੀ ਜਿਓਰਮ ਬਰੂਨਰ ਦੁਆਰਾ ਸੁਝਾਈਆਂ ਗਈਆਂ ਮੁੱਖ ਬੌਧਿਕ ਵਿਕਾਸ ਦੀਆਂ ਅਵਸਥਾਵਾਂ ਦੀ ਸਹੀ ਲੜੀ ਕੀ ਹੈ। मतलब कि ਇਹ ਤੁਹਾਨੂੰ ਪਤਾ ਲੱਗ ਗਿਆ ਕਿ ਜਿਓਰਮ ਬਰੂਨਰ ਨੇ मतलब कि ਇੱਕ ਥਿਊਰੀ ਦਿੱਤੀ ਸੀਗੀ ਕੋਗਨੀਟਿਵ ਗਰੋਥ ਦੀ, ਜਿਹਦੇ ਵਿੱਚ ਸਿੰਬਲ ਵੀ ਸੀ, ਆਈਕੋਨਿਕ ਵੀ ਸੀ। ਸਿੰਬਲ ਆਈਕੋਨਿਕ ਇਨਐਕਟਿਵ ਜਾਂ ਫਿਰ ਆਈਕੋਨਿਕ ਸਿੰਬੋਲਿਕ ਇਨਐਕਟਿਵ, ਆਪਸ਼ਨ ਨੰਬਰ ਸੀ ਦੇ ਵਿੱਚ ਲਿਖਿਆ ਹੋਇਆ ਇਨਐਕਟਿਵ ਆਈਕੋਨਿਕ ਜਾਂ ਫਿਰ ਸਿੰਬੋਲਿਕ ਇਨਐਕਟਿਵ ਆਈਕੋਨਿਕ, ਜਾਂ ਫਿਰ ਸੰਕੇਤਕ ਮੂਰਤਕ ਨਾਟਕੀ, ਮੂਰਤਕ ਸੰਕੇਤਕ ਨਾਟਕੀ ਮੂਰਤਕ ਸੰਕੇਤਕ, ਜਾਂ ਫਿਰ ਸੰਕੇਤਕ ਨਾਟਕੀ ਮੂਰਤਕ। ਸੋ ਦੋਸਤੋ ਮੈਂ ਤੁਹਾਨੂੰ ਨਾ ਇਹਦੀ ਜਿਹੜੀ ਥਿਊਰੀ ਹੈ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਹੀ ਦਿੰਨਾ ਕਿ ਤੁਹਾਡਾ ਜਿਹੜਾ ਵੀ ਹੋਰ ਵੀ ਕੋਈ ਪ੍ਰਸ਼ਨ ਬਣਦਾ ਹੋਵੇ ਵੀ ਤੁਹਾਨੂੰ ਉਹ ਤੁਹਾਡਾ ਮਤਲਬ ਉਹ ਵੀ ਮਿਸ ਨਾ ਹੋਵੇ। ਜੇਕਰ ਪ੍ਰੀਖਿਆ ਦੇ ਵਿੱਚ ਤੁਹਾਡੇ ਕੋਈ ਕੁਐਸਚਨ ਆ ਵੀ ਜਾਂਦਾ ਤੁਸੀਂ ਉਹਨੂੰ ਅਟੈਂਪਟ ਕਰਦੇ ਹੋ। ਸੋ ਆਪਾਂ ਇੱਕ ਵਾਰ ਥਿਊਰੀ ਵੇਖ ਲੈਂਦੇ ਆ ਇਹਦੀ। ਸੋ ਦੋਸਤੋ ਮੈਂ ਤੁਹਾਡੇ ਸਾਹਮਣੇ ਆ ਓਪਨ ਕੀਤੀ ਹੋਈ ਹੈ ਜੀ ਥਿਊਰੀ ਬਰੂਨਰਸ ਦੀ ਕੋਗਨੀਟਿਵ ਡਿਵੈਲਪਮੈਂਟ ਦੀ, ਜਿਹੜੇ ਕਿ ਆਪਾਂ ਹੁਣੇ ਪ੍ਰਸ਼ਨ ਵੀ ਵੇਖਿਆ ਸੀਗਾ, ਜਿਹਦੇ ਵਿੱਚ ਜਿਹੜੇ ਜਿਓਰਮ ਬਰੂਨਰ ਜਿਹੜੇ ਸਾਈਕੋਲੋਜਿਸਟ ਹੋਏ ਆ ਜੀ, ਇਹ ਅਮਰੀਕਨ ਕੋਗਨੀਟਿਵ ਸਪੈਸ਼ਲਿਸਟ ਸੀਗੇ, ਜਿਨ੍ਹਾਂ ਨੇ ਕੀ ਕਿਹਾ ਸੀਗਾ ਜੀ ਕਿ ਜਿਹੜੀ ਲਰਨਿੰਗ ਹੈ ਜੀ ਉਹ ਕੰਟੀਨਿਊਅਸ ਪ੍ਰੋਸੈਸ ਹੈ, ਜਿਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀਗਾ ਜੀ ਇਨਐਕਟਿਵ ਦੀ ਗੱਲ ਕੀਤੀ ਸੀਗੀ, ਉਸ ਤੋਂ ਬਾਅਦ ਆਈਕੋਨਿਕ ਸਟੇਜ ਦੀ ਗੱਲ ਕੀਤੀ ਸੀਗੀ ਜੀ, ਤੇ ਉਸ ਤੋਂ ਬਾਅਦ ਇਹਨਾਂ ਨੇ ਸਿੰਬੋਲਿਕ ਦੀ ਗੱਲ ਕੀਤੀ ਸੀਗੀ। ਇਨਐਕਟਿਵ ਦੇ ਵਿੱਚ ਜਿਹੜਾ ਲਰਨ ਥਰੂ ਮੂਵਮੈਂਟ ਔਰ ਐਕਸ਼ਨ, ਜਿਹੜਾ ਬੱਚਾ ਹੋਏਗਾ ਜੀ ਮੂਵਮੈਂਟ ਦੇ ਥਰੂ ਸਿੱਖਦਾ ਹੈ, ਇਹ ਲਗਭਗ ਤੁਹਾਨੂੰ 3 ਸਾਲਾਂ ਤੱਕ ਦੀ ਜਿਹੜੀ ਸਟੇਜ ਹੈ ਜੀ ਇਹਦੇ ਵਿੱਚ ਉਹ ਵੇਖਣ ਨੂੰ ਮਿਲੇਗੀ। ਇਹਦੇ ਵਿੱਚ ਮਤਲਬ ਕਿ ਬੱਚਾ ਜਿਹੜਾ ਹੋਏਗਾ ਉਹ ਕਿਤਾਬਾਂ ਨਾਲ ਖੇਡਦਾ ਹੋਇਆ ਵੇਖੇਗਾ ਤੁਹਾਨੂੰ। ਆਈਕੋਨਿਕ ਸਟੇਜ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ ਉਹ ਲਰਨ ਥਰੂ ਇਮੇजेस ਔਰ ਆਈਕਨਸ, ਮਤਲਬ ਕਿ ਬੱਚਾ ਫੋਟੋਜ਼ ਨੂੰ ਵੇਖ ਕੇ ਜਾਂ ਫਿਰ ਜਿਹੜੇ ਆਈਕਨਸ ਹੁੰਦੇ ਨੇ ਜੀ ਉਹਨਾਂ ਨੂੰ ਵੇਖ ਕੇ ਯਾਦ ਕਰਦਾ ਹੈ, ਜਿਵੇਂ ਕਿ ਬੱਚਾ ਪਿਕਚਰ ਵੱਲ ਵੇਖ ਕੇ ਉਹਨੂੰ ਕੋਈ ਵੀ ਚੀਜ਼ ਯਾਦ ਹੋ ਜਾਂਦੀ ਹੈ। ਸੋ ਇਹ ਜਿਹੜੀ ਸਟੇਜ ਹੈ ਜੀ ਇਹ ਤੁਹਾਨੂੰ ਲਗਭਗ 3 ਤੋਂ ਲੈ ਕੇ 7 ਸਾਲਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਜੀ। ਇਸ ਤੋਂ ਬਾਅਦ ਵੇਖੋਗੇ ਤੁਸੀਂ ਕਿ ਸਿੰਬੋਲਿਕ ਜਿਹੜੀ ਗੱਲ ਹੈ ਜੀ ਇਹਦੇ ਵਿੱਚ ਇਹ ਆ ਜਾਂਦੀ ਹੈ, ਮਤਲਬ ਕਿ ਜਿਹੜਾ ਬੱਚਾ ਹੋਏਗਾ ਲਰਨ ਥਰੂ ਅਬਸਟ੍ਰੈਕਟ ਸਿੰਬਲਸ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਿੰਬੋਲਿਕ ਚੀਜ਼ਾਂ ਕੀ ਹੁੰਦੀਆਂ ਨੇ ਜੀ, ਜਿਵੇਂ ਕਿ ਜਿਹੜੇ ਅਬਸਟ੍ਰੈਕਟ ਹੁੰਦੇ ਨੇ, ਮਤਲਬ ਅਬਸਟ੍ਰੈਕਟ ਕੀ ਹੁੰਦਾ ਹੈ ਜੀ, ਜਿਵੇਂ ਕਿ ਥਿੰਕਿੰਗ ਜਿਹਦੇ ਵਿੱਚ ਇਮੇਜਿਨੇਸ਼ਨ ਦੀ ਲੋੜ ਪੈਂਦੀ ਹੈ। ਸੋ ਉਹਦੀ ਗੱਲ ਕੀਤੀ ਜਾ ਰਹੀ ਹੈ, ਮਤਲਬ ਕਿ ਇਹਦੇ ਵਿੱਚ ਬੱਚਾ ਰੀਡ ਕਰੇਗਾ, ਰਿਸਰਚ ਕਰੇਗਾ। ਸੋ ਇਹਦੇ ਵਿੱਚ ਇਹ ਜਿਹੜੀ ਏਜ ਹੈ ਇਹ ਤੁਹਾਨੂੰ 8 ਸਾਲਾਂ ਤੋਂ ਅਬਵ ਵੇਖਣ ਨੂੰ ਮਿਲੇਗੀ। ਸੋ ਤੁਹਾਨੂੰ ਪਤਾ ਲੱਗ ਗਿਆ ਨਾ। ਸੋ ਇਹਦੇ ਵਿੱਚ ਕੀ ਹੈ ਜੀ, ਪਹਿਲਾਂ ਤਾਂ ਆ ਜਾਂਦੀ ਹੈ ਇਨਐਕਟਿਵ ਰਿਪਰੈਜ਼ੈਂਟੇਸ਼ਨ, ਮਤਲਬ ਕਿ ਇਨਐਕਟਿਵ ਏਜ ਆਏਗੀ, ਤੇ ਇਸ ਤੋਂ ਬਾਅਦ ਕੀ ਆਏਗਾ ਜੀ, ਇਸ ਤੋਂ ਬਾਅਦ ਆਏਗਾ ਜੀ ਆਈਕੋਨਿਕ ਰਿਪਰੈਜ਼ੈਂਟੇਸ਼ਨ, ਉਸ ਤੋਂ ਬਾਅਦ ਆਏਗਾ ਜੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ। ਤੁਸੀਂ ਯਾਦ ਕਰ ਲਿਓ ਸਰ ਨਾਲ ਪਹਿਲਾਂ ਕੀ ਸੀ ਜੀ, ਸਰ ਨਾਲ ਪਹਿਲਾਂ ਸੀਗਾ ਇਨਐਕਟਿਵ, ਉਸ ਤੋਂ ਬਾਅਦ ਸੀ ਆਈਕੋਨਿਕ, ਉਸ ਤੋਂ ਬਾਅਦ ਸੀ ਸਿੰਬੋਲਿਕ। ਸੋ ਇਹੀ ਆਪਣੇ ਪ੍ਰਸ਼ਨ ਦੇ ਵਿੱਚ ਵੀ ਪੁੱਛਿਆ ਗਿਆ ਸੀਗਾ। ਸੋ ਤੁਸੀਂ ਉਹਨੂੰ ਸੀਕੁਐਂਸ ਵਾਈਜ਼ ਦੱਸਣਾ ਸੀਗਾ। ਸੋ ਇਹਨੂੰ ਤੁਸੀਂ ਯਾਦ ਕਰ ਲਿਓ E, I ਐਂਡ S। ਸੋ ਹੁਣ ਆਪਾਂ ਚੱਲਦੇ ਹਾਂ ਜੀ ਆਪਣੇ ਪ੍ਰਸ਼ਨ ਤੇ। ਸੋ ਉੱਥੇ ਵੇਖਦੇ ਹਾਂ ਕਿ ਉੱਥੇ ਸੀਕੁਐਂਸ ਬਣਦਾ ਹੈ, ਮਤਲਬ ਕਿ ਇਨਐਕਟਿਵ, ਆਈਕੋਨਿਕ ਐਂਡ ਸਿੰਬੋਲਿਕ। ਸੋ ਜੇਕਰ ਤੁਸੀਂ ਆਪਸ਼ਨ ਨੰਬਰ 3 ਨੂੰ ਵੇਖਦੇ ਹੋ, ਇੱਥੇ ਇਹੀ ਲਿਖਿਆ ਹੋਇਆ ਨਾ, ਪਹਿਲਾਂ ਆਏਗੀ ਇਨਐਕਟਿਵ ਸਟੇਜ, ਉਸ ਤੋਂ ਬਾਅਦ ਆ ਗਈ ਜੀ ਆਈਕੋਨਿਕ ਸਟੇਜ, ਉਸ ਤੋਂ ਬਾਅਦ ਬੱਚਾ ਸਿੰਬਲ ਨੂੰ ਸਮਝਣਾ ਸ਼ੁਰੂ ਕਰਦਾ ਹੈ, ਮਤਲਬ ਇਹ ਕਿ ਪਹਿਲਾਂ ਆਏਗੀ ਨਾਟਕੀ, ਉਸ ਤੋਂ ਬਾਅਦ ਆਏਗੀ ਜੀ ਮੂਰਤਕ, ਉਸ ਤੋਂ ਬਾਅਦ ਆਏਗੀ ਜੀ ਸੰਕੇਤਕ। ਸੋ ਉਮੀਦ ਕਰਦਾ ਤੁਸੀਂ ਇਸ ਪ੍ਰਸ਼ਨ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਸੋ ਆਪਸ਼ਨ ਨੰਬਰ C ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। Who said that if a child will not learn
before he is capable to learn, then why bother? And if a child will learn automatically after he has the capability to learn, then why bother? मतलब ਇਹ ਕਿ ਕਿਸਨੇ ਕਿਹਾ ਹੈ ਜੇਕਰ ਇੱਕ ਬੱਚਾ ਜਦੋਂ ਉਹ ਸਿੱਖਣ ਦੇ ਯੋਗ ਹੈ तो ਪਹਿਲਾਂ ਨਹੀਂ ਸਿੱਖੇਗਾ ਫਿਰ ਕਿਉਂ ਫਿਕਰ ਕਰਨੀ, ਅਤੇ ਜੇਕਰ ਬੱਚਾ ਸਿੱਖਣ ਦੇ ਯੋਗਤਾ ਤੋਂ ਬਾਅਦ ਆਪ ਹੀ ਸਿੱਖੇਗਾ ਤੇ ਫਿਰ ਕਿਉਂ ਫਿਕਰ ਕਰਨੀ। ਸੋ ਮੇਨਲੀ ਇਹ ਪੁੱਛਿਆ ਜਾ ਰਿਹਾ ਕਿ ਇਹ ਜਿਹੜਾ ਕੋਟ ਹੈ, ਇਹ ਜਿਹੜਾ ਸੈਂਟੈਂਸ ਹੈ, ਉਹ ਕਿਹਦੇ ਦੁਆਰਾ ਬੋਲਿਆ ਗਿਆ ਸੀਗਾ। ਕਿ ਇਹ ਜਿਓਰਮ ਬਰੂਨਰ ਨੇ ਗੱਲ ਕੀਤੀ ਸੀਗੀ, ਜਾਂ ਫਿਰ ਕਹਿ ਲਓ ਹਾਵਾਰਡ ਗਾਰਡਨਰ ਨੇ ਗੱਲ ਕੀਤੀ ਸੀਗੀ, ਜਾਂ ਫਿਰ ਕਹਿ ਲਓ ਲੈਵ ਵਾਈਗੋਟਸਕੀ ਨੇ ਗੱਲ ਕੀਤੀ ਸੀ, ਜਾਂ ਫਿਰ ਜੀਨ ਪਿਆਜੇ ਨੇ ਜਿਹੜੀ ਇਹ ਗੱਲ ਹੈ ਜੀ ਕਹੀ ਸੀਗੀ। ਜੇਕਰ ਆਪਾਂ ਇਸ ਪ੍ਰਸ਼ਨ ਨੂੰ ਧਿਆਨ ਨਾਲ ਵੇਖੀਏ ਸੋ ਇਹਦਾ ਜਵਾਬ ਕੀ ਹੋਏਗਾ ਜੀ। ਤੁਸੀਂ ਇਹ ਪ੍ਰਸ਼ਨ ਜ਼ਰੂਰ ਕਿਤੇ ਨਾ ਕਿਤੇ ਵੇਖਿਆ ਹੋਊਗਾ ਕਿਉਂਕਿ ਇਹ ਜਿਹੜਾ ਪ੍ਰਸ਼ਨ ਹੈ ਪ੍ਰੀਵੀਅਸ ਈਅਰ ਦੇ ਵਿੱਚ ਆਇਆ ਹੋਇਆ। ਸੋ ਦੋਸਤੋ ਤੁਸੀਂ ਵੀਡੀਓ ਨੂੰ ਪੌਜ਼ ਕਰਨਾ ਹੈ ਤੇ ਇਹਦਾ ਜਵਾਬ ਦਿਓ ਛੇਤੀ ਛੇਤੀ। ਸੋ ਮੈਂ ਤੁਹਾਨੂੰ ਸਿੱਧਾ ਇਹਦਾ ਜਵਾਬ ਸਹੀ ਦੱਸ ਦਿੰਨਾ ਜੀ। ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਜੀ ਜਿਓਰਮ ਬਰੂਨਰ। ਇਹਦਾ ਸਹੀ ਜਵਾਬ ਹੈ ਜੀ ਜਿਓਰਮ ਬਰੂਨਰ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੀ ਵੀ ਆਪਾਂ ਗੱਲ ਕਰ ਲੈਣੇ ਆ। ਵਿਚ ਆਫ ਦਾ ਫੋਲੋਇੰਗ ਥਿਊਰੀਜ਼ ਆਈਡੈਂਟੀਫਾਈਜ਼ 4 ਸਟੇजेस ਆਫ ਚਾਈਲਡ ਇੰਟੈਲੈਕਚੁਅਲ ਡਿਵੈਲਪਮੈਂਟ that is sensory motor, pre-operational, concrete operational and formal operational। वैसे दोस्तों ਇਹ ਵੀ ਤੁਸੀਂ ਵੇਖ ਲਿਆ ਹੋਊਗਾ ਵੀ ਇਹ ਪ੍ਰਸ਼ਨ ਕਿੰਨੀ ਵਾਰ ਰਿਪੀਟ ਹੋ ਗਿਆ। ਸੋ ਤੁਸੀਂ ਇੰਪੋਰਟੈਂਸ ਸਮਝ ਸਕਦੇ ਹੋ ਨਾ ਵੀ ਇਹ ਜਿਹਦੀ ਵੀ ਥਿਊਰੀ ਹੈਗੀ ਆ। ਪਹਿਲਾਂ ਮੈਂ ਜਵਾਬ ਤਾਂ ਚਲੋ ਨਹੀਂ ਦਊਂਗਾ, ਵੈਸੇ ਆਪਾਂ ਇਹਦੀ ਮੈਂ ਥਿਊਰੀ ਵੀ ਤੁਹਾਨੂੰ ਸਮਝਾਈ ਹੋਈ ਹੈ ਤੇ ਆਪਾਂ ਕਾਫੀ ਪ੍ਰਸ਼ਨ ਵੀ ਇਸ ਤੋਂ ਡਿਸਕਸ ਕਰ ਚੁੱਕੇ ਹਾਂ, ਕੱਲ ਵੀ ਮੈਂ ਦੱਸਿਆ ਸੀਗਾ। ਸੋ ਹੇਠ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਬੱਚੇ ਦੇ ਬੌਧਿਕ ਵਿਕਾਸ ਦੀਆਂ 4 ਅਵਸਥਾਵਾਂ ਜੋ ਕਿ ਸੰਵੇਦਕ ਮੋਟਰ, ਪੂਰਵ ਕਿਰਿਆ ਪ੍ਰਣਾਲੀ, ਠੋਸ ਕਿਰਿਆ ਪ੍ਰਣਾਲੀ ਅਤੇ ਰਸਮੀ ਕਿਰਿਆ ਪ੍ਰਣਾਲੀ ਦੀ ਪਛਾਣ ਕਰਦਾ ਹੈ। ਸੋ ਦੋਸਤੋ ਜਿਹੜੀਆਂ ਆ 4 ਸਟੇजेस ਹੈਗੀਆਂ ਉਹ ਕਿਹਦੀ ਕੋਗਨੀਟਿਵ ਥਿਊਰੀ ਦੀ ਗੱਲ ਕੀਤੀ ਗਈ ਹੈ ਜਾਂ ਫਿਰ ਡਿਵੈਲਪਮੈਂਟ ਦੀ ਥਿਊਰੀ ਹੈ ਜੀ। ਕੀ ਐਰਿਕਸਨ ਥਿਊਰੀ ਆਫ ਸਾਈਕੋ ਸੋਸ਼ਲ ਡਿਵੈਲਪਮੈਂਟ ਹੈ। ਹੁਣੇ ਆਪਾਂ ਇੱਕ ਇਹਨਾਂ ਦੀ ਥਿਊਰੀ ਹੁਣੇ ਆਪਾਂ ਵੇਖ ਕੇ ਹਟੇ ਆ। ਵੈਸੇ ਵੀ ਫਰੋਇਡ ਦੀ ਥਿਊਰੀ ਹੈ ਜਾਂ ਫਿਰ ਸਾਈਕੋਸੈਕਸ਼ੁਅਲ ਡਿਵੈਲਪਮੈਂਟ ਦੀ ਥਿਊਰੀ, ਜਾਂ ਫਿਰ ਜੀਨ ਪਿਆਜੇ ਦੀ ਥਿਊਰੀ ਹੈ ਕੋਗਨੀਟਿਵ ਡਿਵੈਲਪਮੈਂਟ ਦੀ, ਜਾਂ ਫਿਰ ਕਹਿ ਲਓ ਆਪਸ਼ਨ ਨੰਬਰ ਡੀ ਕੋਲਬਰਗ ਦੀ ਥਿਊਰੀ ਹੈ ਮੋਰਲ ਡਿਵੈਲਪਮੈਂਟ ਦੀ। ਇਹਨੂੰ ਵੀ ਮੈਂ ਤੁਹਾਨੂੰ ਸਮਝਾਇਆ ਹੋਇਆ। ਸੋ ਇੱਥੇ ਪੰਜਾਬੀ ਵਿੱਚ ਵੀ ਮੈਂ ਦੱਸ ਦਿੰਦਾ ਐਰਿਕਸਨ ਦਾ ਮਨੋ ਸਮਾਜਿਕ ਵਿਕਾਸ ਦਾ ਸਿਧਾਂਤ, ਜਾਂ ਫਿਰ ਫਿਊਡ ਦਾ ਕਹਿ ਲਓ ਵੀ ਮਨੋਜਿਨਸੀ ਵਿਕਾਸ ਦਾ ਸਿਧਾਂਤ, ਜਾਂ ਫਿਰ ਜੀਨ ਪਿਆਜੇ ਦਾ ਬੌਧਿਕ ਵਿਕਾਸ ਦਾ ਸਿਧਾਂਤ, ਜਾਂ ਫਿਰ ਕੋਲਬਰਗ ਦਾ ਨੈਤਿਕ ਵਿਕਾਸ ਦਾ ਸਿਧਾਂਤ। ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ ਜੀ। ਇੱਥੇ ਤੁਹਾਡਾ ਸਹੀ ਜਵਾਬ ਹੋਏਗਾ ਜੀ ਜੀਨ ਪਿਆਜੇ ਦੀ ਇੱਥੇ ਗੱਲ ਕੀਤੀ ਗਈ ਹੈ। ਮਤਲਬ ਕਿ ਆਪਾਂ ਇਹ ਪੜਿਆ ਵੀ ਸੀ ਨਾ ਕਿ ਇਹ ਜਿਹੜੇ ਜੀਨ ਪਿਆਜੇ ਹੋਏ ਆ ਜੀ ਜਿਹੜੇ ਕਿ ਰੈਡੀਕਲ ਕੰਸਟਰਕਟਿਵਿਸਟ ਹੋਏ ਆ, ਇਹਨਾਂ ਨੇ ਮੇਨਲੀ ਇਹਦੀ ਹੀ ਗੱਲ ਕੀਤੀ ਹੈ ਨਾ। ਇਹਨਾਂ ਦੀ ਜਿਹੜੀ ਡਿਵੈਲਪਮੈਂਟ ਥਿਊਰੀ ਹੈ ਇਹਦੇ ਵਿੱਚ ਕਹਿੰਦੇ ਕਿ ਪਹਿਲਾਂ ਬੱਚਾ ਸੈਂਸਰੀ ਮੋਟਰ ਦੀ ਸਟੇਜ ਦੇ ਵਿੱਚ ਹੁੰਦਾ ਹੈ, ਉਹਦੇ ਵਿੱਚ ਆਪਾਂ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਜਾਂਦਾ ਹੈ, ਉਸ ਤੋਂ ਬਾਅਦ ਕੰਕਰੀਟ ਆਪਰੇਸ਼ਨਲ ਵਾਲੀ ਸਟੇਜ ਦੇ ਵਿੱਚ ਜਾਂਦਾ ਹੈ, ਉਸ ਤੋਂ ਬਾਅਦ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਜਾਂਦਾ ਹੈ। ਸੋ ਦੋਸਤੋ ਇਹਦਾ ਜਵਾਬ ਕੀ ਹੈ ਜੀ। ਆਪਸ਼ਨ ਨੰਬਰ ਸੀ ਤੇ ਲਗਾ ਸਕਦੇ ਹੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਵਿੱਚ ਤੁਹਾਡੇ ਤੋਂ ਕੀ ਪੁੱਛਿਆ ਜਾ ਰਿਹਾ ਹੈ ਕਿ you have a mixed class of boys and girls, which method you adopt to improve cooperation between them। ਸੋ ਦੋਸਤੋ ਤੁਹਾਡੇ ਕੋਲ ਲੜਕਿਆਂ ਅਤੇ ਲੜਕੀਆਂ ਦੀ ਇੱਕ ਮਿਲੀ ਜੁਲੀ ਕਲਾਸ ਹੈ, ਤੁਸੀਂ ਉਹਨਾਂ ਵਿਚਕਾਰ ਸਹਿਯੋਗ ਅਤੇ ਸੁਧਾਰ ਕਰਨ ਲਈ ਕਿਹੜੀ ਵਿਧੀ ਅਪਣਾਓਗੇ। ਸੋ ਦੋਸਤੋ ਸੋਚ ਕੇ ਦੱਸੋ ਵੀ ਕੋਆਪਰੇਸ਼ਨ ਦੀ ਜਿਹੜੀ ਭਾਵਨਾ ਹੈ ਤੁਸੀਂ ਉਹਨਾਂ ਵਿੱਚ ਕਿਵੇਂ ਡਿਵੈਲਪ ਕਰ ਸਕਦੇ ਹੋ। ਆਸਕਿੰਗ ਪੇਰੈਂਟਸ ਟੂ ਡਿਸਕਸ ਇਕੁਐਲਿਟੀ, ਮਤਲਬ ਉਹਨਾਂ ਦੇ ਮਾਤਾ ਪਿਤਾ ਨੂੰ ਬੁਲਾਓਗੇ, ਕਹੋਗੇ ਕਿ ਹਾਂ ਵੀ ਚਲੋ ਆਪਾਂ ਸਮਾਨਤਾ ਦੀ ਗੱਲ ਕਰਦੇ ਹਾਂ, ਸੋ ਆਪਾਂ ਕਿਵੇਂ ਸਮਾਨਤਾ ਲੈ ਕੇ ਆਈਏ, ਕੀ ਇਹ ਕਰੋਗੇ। ਜਾਂ ਫਿਰ ਆਪਸ਼ਨ ਨੰਬਰ ਬੀ ਵੀ ਮੇਕਿੰਗ ਬॉयਜ਼ ਐਂਡ ਗਰਲਸ ਸ਼ੇਅਰ ਅ ਬੈਂਚ, ਵੀ ਉਹਨਾਂ ਨੂੰ ਇਕੱਠੇ ਬਿਠਾ ਦੂੰਗੇ है ना। या फिर तुसी कहोगे कि सी ऑप्शन भी सैटिंग टास्क विच हैव टू बी डन टुगेदर, भी तुसी ਇਹੋ ਜਿਹੇ ਕੰਮ ਦੇਵੋਗੇ ਜਿਹਦੇ ਨਾਲ ਵੀ ਬੱਚੇ ਸਾਰੇ ਇਕੱਠੇ ਕੀਤੇ ਜਾਣ ਜਾਂ ਫਿਰ ਇਕੱਠੇ ਬਿਠਾਏ ਜਾਣ। ਜਾਂ ਫਿਰ ਟਾਕਿੰਗ ਅਬਾਊਟ ਇਕੁਐਲਿਟੀ ਇਨ ਲੈਸਨਸ, ਵੀ ਜਿਹੜੇ ਵੀ ਪਾਠ ਪੜਾਏ ਜਾਂਦੇ ਨੇ ਉਹਨਾਂ ਵਿੱਚ ਜਿਹੜੀ ਸਮਾਨਤਾ ਦੀ ਜਿਹੜੀ ਗੱਲ ਹੈ ਜੀ ਉਹ ਤੁਸੀਂ ਕਰੋਗੇ। ਸੋ ਦੋਸਤੋ ਜਿੱਥੇ ਤੱਕ ਮੈਨੂੰ ਯਾਦ ਆ 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਜਿਹੜੀਆਂ ਸਮਾਜਿਕ ਦੀਆਂ ਕਿਤਾਬਾਂ ਹੈਗੀਆਂ ਜੀ, ਮਤਲਬ ਸਿਵਿਕਸ ਦੀਆਂ ਕਿਤਾਬਾਂ, ਉਹਦੇ ਵਿੱਚ ਸਮਾਨਤਾ ਦੀ ਗੱਲ ਤਾਂ ਆਲਰੇਡੀ ਕੀਤੀ ਜਾਂਦੀ ਹੈ। ਮੈਂ ਜਸਟ ਐਗਜ਼ਾਮਪਲ ਦਿੱਤੀ ਹੈ ਕਿ ਕਿਤਾਬਾਂ ਦੇ ਵਿੱਚ ਜਿਹੜੀ ਸਮਾਨਤਾ ਦੀ ਗੱਲ ਹੈ ਉਹ ਤਾਂ ਕੀਤੀ ਹੀ ਜਾਂਦੀ ਹੈ। ਸੋ ਇਹਦੇ ਨਾਲ ਕੀ ਹੋਏਗਾ ਜੀ, ਮਤਲਬ ਕਿ ਇਕੁਐਲਿਟੀ इन lessons भी ये तो ऑलरेडी गल की हुई है। सो ये ऑप्शन इन्ना सही लग नहीं रहा। बट जेकर तुसी ऑप्शन नंबर फर्स्ट ਨੂੰ ਵੇਖੋ, सो ਕੀ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਸਿਰਫ ਜੇ ਦੱਸੋਗੇ ਤੇ ਤੁਹਾਡਾ ਕੀ ਰੋਲ ਹੈ, ਠੀਕ ਹੈ ਨਾ ਜੀ। ਮਤਲਬ ਕਿ ਤੁਸੀਂ ਆਪ ਹੀ ਬੱਚਿਆਂ ਨਾਲ ਗੱਲ ਕਰਨੀ ਹੈ ਨਾ, ਵੀ ਮੇਨਲੀ ਉਹਨਾਂ ਦੇ ਵਿੱਚ ਤੁਸੀਂ ਕੋਆਪਰੇਸ਼ਨ ਦੀ ਜਿਹੜੀ ਭਾਵਨਾ ਹੈ ਉਹ ਲੈ ਕੇ ਆਉਣੀ ਹੈ। ਸੋ ਆਪਸ਼ਨ ਨੰਬਰ ਏ ਵੀ ਗਲਤ ਹੋ ਗਿਆ। ਜੇਕਰ ਆਪਾਂ ਆਪਸ਼ਨ ਨੰਬਰ ਬੀ ਨੂੰ ਵੇਖੀਏ ਵੀ ਮੇਕਿੰਗ ਬॉयਜ਼ ਐਂਡ ਗਰਲਸ ਸ਼ੇਅਰ ਅ ਬੈਂਚ, ਸੋ ਇਹ ਵੀ ਗੱਲ ਠੀਕ ਠਾਕ ਹੈ ਨਹੀਂ ਕੁਝ, ਮਤਲਬ ਕਿ ਸਿਰਫ ਨਾਲ ਬਿਠਾਉਣ ਨਾਲ ਤਾਂ ਐਵੇਂ ਇਕੁਐਲਿਟੀ ਨਹੀਂ ਹੋਣੀ ਨਾ। ਸੋ ਸੈਟਿੰਗ ਟਾਸਕ ਵਿਚ ਹੈਵ ਟੂ ਬੀ ਡਨ ਟੁਗੇਦਰ, ਵੀ ਇਹੋ ਜਿਹੇ ਕੰਮ ਦਿੱਤੇ ਜਾਣ ਜਿਹੜੇ ਕਿ ਮਤਲਬ ਇਕੱਠੇ ਰਲ ਕੇ ਕੀਤੇ ਜਾਣ, ਠੀਕ ਹੈ ਨਾ ਜੀ। ਸੋ ਆਪਸ਼ਨ ਨੰਬਰ ਸੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਇਹਦੇ ਨਾਲ ਹੀ ਜਿਹੜੀ ਕੋਆਪਰੇਸ਼ਨ ਦੀ ਜਿਹੜੀ ਭਾਵਨਾ ਹੈ ਜੀ ਉਹਨਾਂ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ। ਸੋ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਵਿਚ ਮੇਕਸ ਐਨ ਐਡੋਲੈਸੈਂਟ ਰਿਵੋਲਟ ਅਗੇਂਸਟ ਅਥਾਰਟੀ, ਮਤਲਬ ਕਿ ਹੇਠ ਵਿੱਚੋਂ ਕਿਹੜਾ ਇੱਕ ਕਿਸ਼ੋਰ ਨੂੰ ਅਧਿਕਾਰੀ ਦੇ ਵਿਰੁੱਧ ਵਿਦਰੋਹ ਕਰਵਾਉਂਦਾ ਹੈ। ਸੋ ਆਪਸ਼ਨ ਨੰਬਰ ਏ ਦੇ ਵਿੱਚ ਕੀ ਲਿਖਿਆ ਹੋਇਆ, ਹੀ ਥਿੰਕ ਦੈਟ ਹੀ ਇਜ਼ ਮੈਚਿਓਰ ਐਨਫ, ਮਤਲਬ ਕਿ ਉਹ ਸੋਚਦਾ ਹੈ ਕਿ ਉਹ ਕਾਫੀ ਸਿਆਣਾ ਹੈ। ਆਪਸ਼ਨ ਨੰਬਰ ਕੀ ਇਹ ਸਹੀ ਹੈ। ਜਾਂ ਫਿਰ ਆਪਸ਼ਨ ਨੰਬਰ ਬੀ, ਹੀ ਵਾਂਟ ਫॉर ਰਿਕੋਗਨੀਸ਼ਨ ਐਂਡ ਇੰਡੀਪੈਂਡੈਂਸ ਆਫ ਥਾਟ ਐਂਡ ਐਕਸ਼ਨ, ਵੀ ਕੀ
ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ, ਜਾਂ ਫਿਰ ਆਪਸ਼ਨ ਨੰਬਰ ਸੀ ਹੀ ਥਿੰਕ ਹੀ ਇਜ਼ ਇੰਟੈਲੀਜੈਂਟ ਇਨਫ, ਵੀ ਉਹ ਸੋਚਦਾ ਹੈ ਕਿ ਉਹ ਕਾਫੀ ਬੁੱਧੀਮਾਨ ਹੈ, ਜਾਂ ਫਿਰ ਆਪਸ਼ਨ ਨੰਬਰ ਡੀ ਹੀ ਬਿਲੀਵ ਦੈਟ he does not need any advice, ਵੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਸੋ ਦੋਸਤੋ ਦੱਸੋ ਕੀ ਜਵਾਬ ਹੋਏਗਾ ਜੀ। ਜੇਕਰ ਕੋਈ ਬੱਚਾ ਹੈ ਐਡੋਲਸੈਂਸ ਏਜ ਦਾ ਬੱਚਾ ਹੈ, ਠੀਕ ਹੈ ਨਾ ਜੀ, ਕਿਸ਼ੋਰ ਬੱਚਾ ਹੈ, ਮਤਲਬ ਤੁਸੀਂ ਵੇਖਿਆ ਹੋਊਗਾ ਨਾ ਵੀ ਕਾਫੀ ਵਿਦਰੋਹ ਵਾਲੀ ਭਾਵਨਾ ਹੁੰਦੀ ਹੈ ਉਹਨਾਂ ਦੇ ਵਿੱਚ, ਵੀ ਹੈ ਨਾ ਵੀ ਮਾਪਿਓ ਨਾਲ ਵੀ ਲੜਦੇ ਰਹਿੰਦੇ ਆ, ਟੀਚਰਸ ਨਾਲ ਵੀ ਕਦੇ ਕਦੇ ਬਹਿਸ ਪੈਂਦੇ ਆ। ਮਤਲਬ ਤੁਹਾਨੂੰ ਮੈਂ ਇਹ ਪੁੱਛ ਰਿਹਾ ਕਿ ਉਹਨਾਂ ਦੇ ਵਿੱਚ ਜਿਹੜੀ ਇਹ ਭਾਵਨਾ ਹੈਗੀ ਹੈ ਵੀ ਮਤਲਬ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ, ਮਤਲਬ ਇਹ ਕਿਵੇਂ ਆ ਜਾਂਦੀ ਹੈ ਉਹਨਾਂ ਦੇ ਵਿੱਚ, ਠੀਕ ਹੈ ਨਾ ਜੀ। ਸੋ ਕੀ ਰੀਜ਼ਨ ਹੋ ਸਕਦਾ ਇਹਦੇ ਪਿੱਛੇ, ਜਾਂ ਫਿਰ ਆਪਸ਼ਨ ਨੰਬਰ ਜੇ ਤੁਸੀਂ ਇਹਨੂੰ ਵੇਖੋ ਹੀ ਥਿੰਕ ਦੈਟ ਹੀ ਇਜ਼ ਮੈਚੁਰ ਇਨਫ, ਉਹਨੂੰ ਲੱਗਦਾ ਕਿ ਵੀ ਮੈਂ ਤਾਂ ਬਹੁਤ ਮੈਚੁਰ ਹਾਂ, ਮੈਂ ਤਾਂ ਕੀ ਕਾਫੀ ਹਾਂ ਜੀ, ਮੈਂ ਕਾਫੀ ਸਿਆਣਾ ਹੈਗਾ, ਇਹ ਲੱਗਦਾ। ਜਾਂ ਫਿਰ ਆਪਸ਼ਨ ਨੰਬਰ ਬੀ he want for recognition and independence of thought and action, ਮਤਲਬ ਕਿ ਉਹਨੂੰ ਕੀ ਚਾਹੀਦਾ ਜੀ, he want for recognition, ਵੀ ਉਹਨੂੰ recognition ਚਾਹੀਦੀ ਹੈ, independence ਚਾਹੀਦੀ ਹੈ, ਮਤਲਬ ਕਿ ਉਹਨੂੰ ਆਪਦੇ ਵਿਚਾਰਾਂ ਤੇ ਕੰਮਾਂ ਦੀ ਮਾਨਤਾ ਦੀ ਆਜ਼ਾਦੀ ਚਾਹੁੰਦਾ ਹੈ, ਤਾਂ ਕਰਕੇ ਉਹ ਰਿਵੋਲਟ ਕਰਦਾ ਹੈ। ਕਿਉਂਕਿ ਤੁਸੀਂ ਵੈਸੇ ਇਹਨਾਂ ਬੱਚਿਆਂ ਨੂੰ ਵੇਖਿਆ ਹੋਊਗਾ ਵੀ ਕਾਫੀ ਮਾਪਿਓ ਹੈ ਨਾ ਆਪਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੀ ਥੋਪ ਦਿੰਦੇ ਆ ਕਿ ਹਾਂ ਵੀ ਐ ਨਹੀਂ ਕਰਨਾ ਉਹ ਨਹੀਂ ਕਰਨਾ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਜਵਾਬ ਸਹੀ ਹੋ ਸਕਦਾ ਹੈ, ਜਾਂ ਫਿਰ ਆਪਸ਼ਨ ਨੰਬਰ ਸੀ he think he is intelligent enough, ਵੀ ਉਹਨੂੰ ਲੱਗਦਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਬੁੱਧੀਮਾਨ ਹੈ, ਉਹਨੂੰ ਸਭ ਕੁਝ ਪਤਾ, ਠੀਕ ਹੈ ਨਾ ਜੀ। ਜਾਂ ਫਿਰ ਆਪਸ਼ਨ ਨੰਬਰ ਡੀ he believes that he does not need any advice, ਵੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਕੀ ਲੱਗਦਾ ਜੀ ਕੀ ਜਵਾਬ ਸਹੀ ਹੋ ਸਕਦਾ ਹੈ। ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ ਜੀ। ਜੇਕਰ ਤੁਸੀਂ ਸੋਚ ਰਹੇ ਹੋ ਆਪਸ਼ਨ ਨੰਬਰ ਏ ਸਹੀ ਹੈ ਤਾਂ ਇਹ ਬਿਲਕੁਲ ਨਹੀਂ ਸਹੀ ਹੈ ਜੀ, ਆਪਸ਼ਨ ਨੰਬਰ ਬੀ ਸਹੀ ਹੈ। ਆਪਸ਼ਨ ਨੰਬਰ ਬੀ ਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ, ਠੀਕ ਹੈ ਨਾ ਜੀ। ਸੋ ਤਾਈਓ ਮਤਲਬ ਕਿ ਵਿਦਰੋਹ ਮੇਨਲੀ ਜਿਹੜੀ ਭਾਵਨਾ ਹੈ ਤਾਈਓ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ, ਫਿਰ ਹੀ ਉਹ ਇਹਨਾਂ ਗੱਲਾਂ ਨੂੰ ਮਤਲਬ ਤੁਸੀਂ ਵੇਖ ਪਾਉਂਦੇ ਹੋ, ਠੀਕ ਹੈ ਨਾ ਜੀ। ਸੋ ਆਪਸ਼ਨ ਨੰਬਰ ਬੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ ਕਿ ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਦੀ ਆਜ਼ਾਦੀ ਚਾਹੁੰਦਾ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਅਗਲੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ ਜੀ, ਐਜੂਕੇਸ਼ਨ ਡਜ਼ਨਟ ਬ੍ਰਿੰਗ ਅਬਾਊਟ ਸੋਸ਼ਲ ਚੇਂਜ, ਰੈਦਰ ਦਾ ਸੋਸ਼ਲ ਚੇਂਜ ਰਿਜ਼ਲਟ ਇਨਟੂ ਅ ਐਜੂਕੇਸ਼ਨਲ ਚੇਂਜ whose view was this, ਮਤਲਬ ਕਿ ਸਿੱਖਿਆ ਸਮਾਜਿਕ ਬਦਲਾਅ ਨਹੀਂ ਲਿਆਉਂਦੀ ਬਲਕਿ ਸਮਾਜਿਕ ਬਦਲਾਅ ਦਾ ਨਤੀਜਾ ਸਿੱਖਿਅਕ ਬਦਲਾਅ ਵਜੋਂ ਨਿਕਲਦਾ ਹੈ। ਇਹ ਕਿਸ ਦਾ ਵਿਚਾਰ ਹੈ। ਸੋ ਦੋਸਤੋ ਤੁਸੀਂ ਸੋਚ ਕੇ ਦੱਸੋ ਇਹ ਮਤਲਬ ਇਹ ਗੱਲ ਕਿਹਨੇ ਕਹੀ ਹੋਊਗੀ। ਵੈਸੇ ਤਾਂ ਚਲੋ ਸਟੈਟਿਕ ਬੇਸਡ ਪ੍ਰਸ਼ਨ ਆ, ਮੇ ਵੀ ਬਹੁਤ ਘੱਟ ਜਣਿਆਂ ਨੂੰ ਆਉਂਦਾ ਹੀ ਹੋਊਗਾ, ਬਹੁਤ ਘੱਟ ਜਣਿਆਂ ਨੂੰ, ਕਿਉਂਕਿ ਇਹ ਪ੍ਰਸ਼ਨ ਮਤਲਬ ਕਿ ਹੈ ਨਾ ਇਹ ਸਿੱਧਾ ਕੋਟ ਹੀ ਪੁੱਛ ਲਿਆ ਇਹਨਾਂ ਨੇ ਵੀ ਔਗਸਟੇ ਕੌਮਟੇ ਨੇ ਇਹ ਗੱਲ ਕੀਤੀ ਹੈ, ਜਾਂ ਫਿਰ ਐਮਿਲੀ ਡੁਰਕਿਜ਼ਮ ਨੇ ਗੱਲ ਕੀਤੀ ਹੈ, ਜਾਂ ਫਿਰ ਕਹਿ ਲਓ ਹਰਬਰਟ ਸਪੈਂਸਰ ਨੇ ਗੱਲ ਕੀਤੀ ਹੈ, ਜਾਂ ਫਿਰ ਕਾਰਲ ਮਾਰਕਸ ਨੇ ਗੱਲ ਕੀਤੀ ਹੈ, ਠੀਕ ਹੈ ਨਾ ਜੀ। ਸੋ ਇਹਦਾ ਮੈਂ ਤੁਹਾਨੂੰ ਸਿੱਧਾ ਜਵਾਬ ਹੀ ਦਊਂਗਾ, ਇਹਦੇ ਵਿੱਚ ਕੀ ਐਕਸਪਲੇਨ ਕਰਾਂ ਮੈਂ। ਸੋ ਆਪਸ਼ਨ ਨੰਬਰ ਜਿਹੜਾ ਐਮਿਲੀ ਡੁਰਕਿਜ਼ਮ ਹੈ, ਇਹਨਾਂ ਨੇ ਜਿਹੜੀ ਗੱਲ ਹੈ ਜੀ ਇਹ ਐਮਿਲੀ ਡਰਖੀਮ ਨੇ ਜਿਹੜੀ ਗੱਲ ਹੈ ਜੀ ਇਹ ਇਹਨਾਂ ਦੁਆਰਾ ਇਹ ਕੀਤੀ ਗਈ ਹੈ। ਸੋ ਦੋਸਤੋ ਇੱਥੇ ਤੁਸੀਂ ਟਿਕ ਕਰ ਸਕਦੇ ਹੋ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਆਬਜ਼ਰਵੇਸ਼ਨਲ ਲਰਨਿੰਗ ਕੰਸਿਸਟ ਆਫ, ਵੀ ਨਿਰੀਖਿਅਕ ਅਧਿਐਨ ਵਿੱਚ ਸ਼ਾਮਿਲ ਹੈ, ਮਤਲਬ ਆਪਾਂ ਆਬਜ਼ਰਵੇਸ਼ਨ ਦੇ ਵਿੱਚ ਕਰਦੇ ਕੀ ਆ, ਮੇਨਲੀ ਆਬਜ਼ਰਵ ਕਰਕੇ ਲਰਨ ਕਰਦੇ ਹਾਂ ਨਾ, ਇਹੀ ਗੱਲ ਹੋ ਸਕਦੀ ਆ। ਸੋ ਇਹਦੇ ਵਿੱਚ ਤੁਸੀਂ ਸੋਚ ਕੇ ਵੇਖੋ ਵੀ ਕੀ ਜਵਾਬ ਸਹੀ ਹੋਏਗਾ। ਅਟੈਂਸ਼ਨ ਐਂਡ ਰਿਟੈਂਸ਼ਨ, ਮਤਲਬ ਕਿ ਇਕਾਗਰਤਾ ਅਤੇ ਯਾਦ ਸ਼ਕਤੀ, ਅਟੈਂਸ਼ਨ ਐਂਡ ਰeinforcement ਇਕਾਗਰਤਾ ਅਤੇ ਬਲ ਵਿਧੀ। reinforcement ਵੈਸੇ ਹੁੰਦਾ ਕੀ ਹੈ, ਜਦੋਂ ਆਪਾਂ ਜ਼ੋਰ ਜਾ ਦੇ ਕੇ ਅਸਿਸਟੈਂਸ ਦਿੰਨੇ ਆ ਉਹਨੂੰ ਤੁਸੀਂ reinforcement ਕਹਿੰਦੇ ਹੋ। ਜਾਂ ਫਿਰ ਪ੍ਰੋਡਕਸ਼ਨ ਪ੍ਰੋਸੈਸਸ ਐਂਡ ਮੋਟੀਵੇਸ਼ਨ, ਉਤਪਾਦਨ ਪ੍ਰਣਾਲੀ ਅਤੇ ਪ੍ਰੇਰਣਾ, ਜਾਂ ਫਿਰ reinforcement ਐਂਡ ਮੋਟੀਵੇਸ਼ਨ, ਬਲ ਵਿਧੀ ਅਤੇ ਪ੍ਰੇਰਣਾ। ਸੋ ਇਹਨਾਂ ਦੇ ਵਿੱਚ ਆਪਸ਼ਨਾਂ ਦੇ ਵਿੱਚ ਇਹਨਾਂ ਦੇ ਵਿੱਚ ਅੱਗੇ ਆਪਸ਼ਨ ਦਿੱਤੀ ਹੋਈ ਆ ਕਿ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਆਪਸ਼ਨ ਹੈਗੇ ਆ ਜੀ ਉਹ ਸਹੀ ਹੋਣਗੇ। ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਉਹ ਕਿਹੜਾ ਹੋਏਗਾ ਜੀ, ਇੱਥੇ ਮਤਲਬ ਕਿ ਅਟੈਂਸ਼ਨ ਐਂਡ ਰਿਟੈਂਸ਼ਨ ਇਹਦੀ ਜ਼ਰੂਰਤ ਤਾਂ ਪੈਣੀ ਹੀ ਪੈਣੀ ਆ, ਠੀਕ ਹੈ ਨਾ ਜੀ। ਆਪਸ਼ਨ ਨੰਬਰ ਏ ਦੀ ਤਾਂ ਪੱਕੀ ਲੋੜ ਪਏਗੀ, ਇਹਦੇ ਨਾਲ ਹੋਰ ਕਿਹਦੀ ਜ਼ਰੂਰਤ ਪੈ ਸਕਦੀ, ਮਤਲਬ ਕਿ ਤੁਹਾਨੂੰ ਇਕਾਗਰਤਾ ਤਾਂ ਹੋਣੀ ਚਾਹੀਦੀ ਹੈ, ਅਟੈਂਸ਼ਨ ਤਾਂ ਚਾਹੀਦੀ ਹੀ ਚਾਹੀਦੀ ਹੈ, ਨਾਲ ਤੁਹਾਨੂੰ ਯਾਦ ਸ਼ਕਤੀ ਵੀ ਚਾਹੀਦੀ ਹੈ, ਠੀਕ ਹੈ ਨਾ ਜੀ। ਮਤਲਬ ਕਿ ਆਬਜ਼ਰਵ ਕਰਕੇ ਲਰਨ ਕਰਨਾ ਤੁਸੀਂ। ਸੋ ਇਹਦੇ ਵਿੱਚ reinforcement ਦਾ ਕੋਈ ਕੰਮ ਨਹੀਂ ਹੈਗਾ, ਕਿਉਂਕਿ ਤੁਸੀਂ ਆਬਜ਼ਰਵ ਕਰ ਰਹੇ ਹੋ ਨਾ, ਤੁਹਾਨੂੰ ਮਤਲਬ ਕਿ ਇਹ ਤਾਂ ਕੱਲਾ ਨਾ ਵੀ ਅਸਿਸਟੈਂਟ ਪ੍ਰੋਵਾਈਡ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹਦੇ ਵਿੱਚ ਬੀ ਆਪਸ਼ਨ ਤਾਂ ਨਹੀਂ ਹੋਏਗਾ, ਠੀਕ ਹੈ ਨਾ ਜੀ। ਸੋ ਆਪਸ਼ਨ ਨੰਬਰ ਏ ਵੀ ਸਹੀ ਹੈ, ਤੇ ਆਪਸ਼ਨ ਨੰਬਰ ਜੇਕਰ ਤੁਸੀਂ ਸੀ ਵੇਖੋਗੇ ਮਤਲਬ ਕਿ ਥਰਡ ਆਪਸ਼ਨ ਇਹ ਵੀ ਠੀਕ ਲੱਗ ਰਿਹਾ ਤੁਹਾਨੂੰ, ਕਿਉਂ, ਕਿਉਂਕਿ ਇਹਦੇ ਵਿੱਚ ਜਿਹੜਾ ਵੀ ਤੁਸੀਂ ਪ੍ਰੋਸੈਸ ਹੈ ਜਾਂ ਫਿਰ ਮੋਟੀਵੇਸ਼ਨ ਹੈ, ਉਤਪਾਦਨ ਪ੍ਰਣਾਲੀ ਅਤੇ ਪ੍ਰੇਰਣਾ ਦੀ ਕਹਿ ਲਓ ਇਹ ਗੱਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਆਪਸ਼ਨ ਨੰਬਰ 1 ਤੇ 3 ਸਹੀ ਹੈ, ਠੀਕ ਹੈ ਨਾ ਜੀ। ਜੇਕਰ ਤੁਸੀਂ ਇਹਨਾਂ ਆਪਸ਼ਨਾਂ ਦੇ ਵਿੱਚ ਵੇਖੋ ਕਿਹੜਾ ਜਵਾਬ ਸਹੀ ਹੋਏਗਾ ਜੀ। ਸੋ ਇੱਥੇ ਜੇਕਰ ਤੁਸੀਂ ਆਪਸ਼ਨ ਨੰਬਰ ਬੀ ਨੂੰ ਵੇਖਦੇ ਹੋ, ਸੋ ਇੱਥੇ ਉਹ ਦੋਵੇਂ ਹੀ ਆਪਸ਼ਨ ਹੈਗੇ ਜੀ, ਕਿਉਂਕਿ reinforcement ਤਾਂ ਆਏਗਾ ਨਹੀਂ, ਠੀਕ ਹੈ ਨਾ ਜੀ। ਜਿੱਥੇ reinforcement ਲੱਗ ਗਿਆ ਉਹ ਆਪਾਂ ਆਪਸ਼ਨ ਕੱਟਤੀ, ਆਪਸ਼ਨ ਨੰਬਰ 4 ਵੀ ਕੱਟਿਆ ਗਿਆ ਜੀ ਤੇ ਆਪਸ਼ਨ ਨੰਬਰ 2 ਵੀ ਕੱਟਿਆ ਗਿਆ। ਸੋ ਆਪਸ਼ਨ ਬਚ ਕਿਹੜੀ ਗਈ, ਆਪਸ਼ਨ ਨੰਬਰ 1 ਐਂਡ 3। ਸੋ ਜਿਹਦੇ ਵਿੱਚ ਤੁਸੀਂ ਆਪਸ਼ਨ ਨੰਬਰ ਬੀ ਨੂੰ ਵੇਖਦੇ ਹੋ, ਠੀਕ ਹੈ ਨਾ ਜੀ। ਮਤਲਬ ਕਿ ਆਪਸ਼ਨ ਨੰਬਰ ਬੀ ਦੇ ਵਿੱਚ ਕੀ ਲਿਖਿਆ ਹੋਇਆ 1 ਤੇ 3 ਵੀ ਅਟੈਂਸ਼ਨ ਐਂਡ ਰਿਟੈਂਸ਼ਨ ਤਾਂ ਜ਼ਰੂਰੀ ਹੈ, ਇਕਾਗਰਤਾ ਤੇ ਯਾਦ ਸ਼ਕਤੀ ਵੀ ਜ਼ਰੂਰੀ ਹੈ। ਰਿਟੈਂਸ਼ਨ ਮਤਲਬ ਕਿ ਜੇਕਰ ਤੁਸੀਂ ਧਿਆਨ ਨਾਲ ਵੀ ਹੈ ਨਾ ਵੀ ਅਟੈਂਸ਼ਨ ਹੋ ਕੇ ਅਟੈਂਟਿਵ ਹੋ ਕੇ ਜੇਕਰ ਤੁਸੀਂ ਕੁਝ
ਧਿਆਨ ਨਾਲ ਵੇਖ ਰਹੇ ਹੋ ਫਿਰ ਤੁਹਾਡੀ ਜਿਹੜੀ ਲਰਨਿੰਗ ਹੈ ਜੀ ਉਹ ਬਹੁਤ ਚੰਗੀ ਤਰ੍ਹਾਂ ਹੋ ਸਕਦੀ ਹੈ ਤੇ ਰਿਟੈਂਸ਼ਨ ਇਹ ਮਤਲਬ ਉਹਨੂੰ ਜ਼ਿਆਦਾ ਸਮਾਂ ਤੱਕ ਵੀ ਦਿਮਾਗ ਦੇ ਵਿੱਚ ਰੱਖਿਆ ਜਾ ਸਕੇ। ਸੋ ਆਪਸ਼ਨ ਨੰਬਰ 1 ਐਂਡ 3 ਇਜ਼ ਦਾ ਰਾਈਟ ਆਨਸਰ। ਪੰਜਾਬੀ ਵਿੱਚ ਵੀ ਬੀ ਆਪਸ਼ਨ ਸਹੀ ਹੈ ਜੀ, ਸਿਰਫ 1 ਅਤੇ 2। ਠੀਕ ਹੈ ਨਾ ਜੀ, 1 ਅਤੇ 1 ਅਤੇ 3 ਓਨਲੀ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਸਪੋਜ਼ ਯੂ ਗੋਟ ਅ ਪੰਜਾਬੀ ਮੀਡੀਅਮ ਸਟੂਡੈਂਟ who has learnt Hindi. He has given 5 sentences to be translated from Punjabi to Hindi. As an evaluator, which aspect would you try to evaluate in him? मतलब यह है कि मान लो ਤੁਹਾਨੂੰ ਇੱਕ ਪੰਜਾਬੀ ਮਾਧਿਅਮ ਵਾਲਾ ਵਿਦਿਆਰਥੀ ਮਿਲਦਾ ਹੈ ਜਿਸਨੇ ਹਿੰਦੀ ਸਿੱਖੀ ਹੈ, ਉਸ ਨੂੰ 5 ਵਾਕ ਪੰਜਾਬੀ ਤੋਂ ਹਿੰਦੀ ਅਨੁਵਾਦ ਕਰਨ ਲਈ ਦਿੱਤੇ ਜਾਂਦੇ ਗਏ ਹਨ। ਇਹਨਾਂ ਇੱਕ ਮੁਲਾਂਕਣ ਕਰਤਾ ਦੇ ਤੌਰ ਤੇ ਤੁਸੀਂ ਮਤਲਬ ਐਜ਼ ਅ ਟੀਚਰ ਤੁਸੀਂ ਇਵੈਲੂਏਸ਼ਨ ਕਰ ਰਹੇ ਹੋ। ਸੋ ਇਹਦੇ ਵਿੱਚ ਤੁਸੀਂ ਕਿਹੜੇ ਪੱਖ ਦਾ ਮੁਲਾਂਕਣ ਕਰਨ ਦਾ ਯਤਨ ਕਰੋਗੇ? ਦੱਸੋ। ਵਰਤੋਂ, ਗਿਆਨ, ਸੰਸਲੇਸ਼ਣ ਜਾਂ ਫਿਰ ਸਮਝ, ਐਪਲੀਕੇਸ਼ਨ, ਨੌਲੇਜ, ਸਿੰਥੇਸਿਸ ਜਾਂ ਫਿਰ ਅੰਡਰਸਟੈਂਡਿੰਗ। ਸੋ ਦੋਸਤੋ ਇਹਦਾ ਜਵਾਬ ਮੈਂ ਤੁਹਾਨੂੰ ਸਿੱਧਾ ਦੱਸੂਗਾ। ਮਤਲਬ ਕਿ ਜਦੋਂ ਤੁਸੀਂ ਵੀ ਹੈ ਨਾ, ਇੱਕ ਤੁਹਾਡੇ ਕੋਲ ਜਿਹੜਾ ਸਟੂਡੈਂਟ ਹੈਗਾ ਸੀ ਉਹ ਪੰਜਾਬੀ ਮੀਡੀਅਮ ਦਾ ਸਟੂਡੈਂਟ ਸੀਗਾ, ਠੀਕ ਹੈ ਨਾ ਜੀ, ਜਿਹਨੇ ਮਤਲਬ ਕਿ ਹੂ ਹੈਜ਼ ਲਰਨਡ ਇਨ ਹਿੰਦੀ, ਮਤਲਬ ਉਹਨੇ ਹਿੰਦੀ ਸਿੱਖੀ ਸੀਗੀ। ਤੁਹਾਨੂੰ ਮਤਲਬ ਕਿ 5 ਸੈਂਟੈਂਸ ਬਣਾ ਕੇ ਵਿਖਾ ਰਿਹਾ, ਟਰਾਂਸਲੇਟ ਕਰ ਰਿਹਾ, ਠੀਕ ਹੈ ਨਾ, ਪੰਜਾਬੀ ਟੂ ਹਿੰਦੀ ਕਰ ਰਿਹਾ। ਮਤਲਬ ਐਜ਼ ਅ ਟੀਚਰ ਤੁਸੀਂ ਕੀ ਕਰੋਗੇ? ਮਤਲਬ ਕਿ ਤੁਸੀਂ ਜ਼ਿਆਦਾ ਜਿਹੜਾ ਫੋਕਸ ਕਰੋਗੇ ਨਾ ਕਿ ਇਹ ਫੋਕਸ ਕਰੋਗੇ ਕਿ ਉਹਨੂੰ ਜਾਣਕਾਰੀ ਕਿੰਨੀ ਹੈ। ਸੋ ਬਿਲਕੁਲ ਨਹੀਂ, ਮੇਨਲੀ ਆਪਾਂ ਫੋਕਸ ਕਰਦੇ ਕੀ ਆ ਕਿ ਬੱਚਾ ਸਮਝ ਕਿੰਨਾ ਕੁ ਪਾ ਰਿਹਾ, ਠੀਕ ਹੈ ਨਾ ਜੀ। ਐਪਲੀਕੇਸ਼ਨ ਦੀ ਗੱਲ ਆਉਣੀ ਨਹੀਂ ਕਿਉਂਕਿ ਭਾਸ਼ਾ ਦੀ ਕਲਾਸ ਹੈ ਨਾ। ਸੋ ਇਹਦੇ ਵਿੱਚ ਆਪਾਂ ਗੱਲ ਕੀ ਕਰਾਂਗੇ ਜੀ? ਅੰਡਰਸਟੈਂਡਿੰਗ ਦੀ, ਮਤਲਬ ਕਿ ਉਹਨਾਂ ਨੂੰ ਵੀ ਕਿੰਨੀ ਕੁ ਸਮਝ ਨਾਲ ਲਿਖ ਪਾ ਰਿਹਾ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਡੀ ਨੂੰ ਕਰ ਸਕਦੇ ਹੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਇਹਦੇ ਵਿੱਚ ਪੁੱਛਿਆ ਗਿਆ ਹੈ ਦ ਸਲੋਗਨ ਆਫ ਲਰਨਿੰਗ ਵਿਦਆਊਟ ਬਰਡਨ ਵਾਸ ਗਿਵਨ ਬਾय। ਜਿਹੜਾ ਸਲੋਗਨ ਸੀਗਾ ਮਤਲਬ ਕਿ ਬੋਝ ਬਿਨਾ ਅਧਿਐਨ ਦਾ ਜਿਹੜਾ ਨਾਰਾ ਹੈ ਉਹ ਦਿੱਤਾ ਕਿਹਨੇ ਸੀਗਾ? ਇਹਦੇ ਵਿੱਚ ਲਿਖਿਆ ਹੋਇਆ ਆਦਿਲ ਸ਼ਾਹ ਕਮੇਟੀ ਦੁਆਰਾ ਜਾਂ ਫਿਰ ਕਹਿ ਲਓ ਵੀ ਈਸ਼ਵਰ ਭਾਈ ਪਟੇਲ ਕਮੇਟੀ ਦੁਆਰਾ ਜਾਂ ਫਿਰ ਮਾਥੁਰ ਕਮੇਟੀ ਦੁਆਰਾ ਜਾਂ ਫਿਰ ਕਹਿ ਲਓ ਯਸ਼ਪਾਲ ਕਮੇਟੀ ਦੁਆਰਾ। ਸੋ ਦੋਸਤੋ ਸੋਚ ਕੇ ਦੱਸੋ ਕਿਹੜਾ ਜਵਾਬ ਹੈ ਜੀ ਇੱਥੇ ਸਹੀ ਹੋਏਗਾ। ਸੋ ਮੈਂ ਤੁਹਾਨੂੰ ਸਿੱਧਾ ਇਹਦਾ ਜਵਾਬ ਦੇਣਾ ਜੀ। ਲਰਨਿੰਗ ਵਿਦਆਊਟ ਬਰਡਨ ਦਾ ਜਿਹੜਾ ਕਨਸੈਪਟ ਹੈ ਜਾਂ ਫਿਰ ਨਾਰਾ ਹੈ ਇਹ ਦਿੱਤਾ ਗਿਆ ਸੀਗਾ ਯਸ਼ਪਾਲ ਕਮੇਟੀ ਦੁਆਰਾ, ਠੀਕ ਹੈ ਨਾ ਜੀ। ਯਸ਼ਪਾਲ ਕਮੇਟੀ ਦੁਆਰਾ ਜਿਹੜਾ ਨਾਰਾ ਹੈ ਜੀ ਇਹ ਦਿੱਤਾ ਗਿਆ ਸੀਗਾ। ਮਤਲਬ ਇਹ ਕਿ ਮਤਲਬ ਜਿਹੜਾ ਕਿ ਜਿਹੜੇ ਬੱਚੇ ਹੈਗੇ ਆ ਜੀ ਮਤਲਬ ਹਨਾ ਉਹਨਾਂ ਨੂੰ ਲਰਨਿੰਗ ਵਿਦਆਊਟ ਬਰਡਨ ਵੀ ਆਪਾਂ ਈਜ਼ੀਲੀ ਵੇ ਨਾਲ ਇਹੋ ਜਿਹੇ ਮੈਥਡ ਯੂਜ਼ ਕੀਤੇ ਜਾਣ ਜਿਹੜੇ ਕਿ ਪਲੇ ਵੇ ਮੈਥਡ ਹੋਣ, ਬੱਚਿਆਂ ਨੂੰ ਮਤਲਬ ਕਿ ਇੰਜੋਏ ਕਰਨ ਕਲਾਸ ਨੂੰ, ਠੀਕ ਹੈ ਨਾ ਜੀ, ਚਾਈਲਡ ਸੈਂਟਰਡ ਐਜੂਕੇਸ਼ਨ ਹੋਵੇ, ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਮੇਨਲੀ ਬੱਚਿਆਂ ਨੂੰ ਪੜਾਇਆ ਜਾਵੇ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਮਤਲਬ ਕਿ ਇਹਨਾਂ ਪੜ੍ਹਾਈ ਦੇ ਵਿੱਚ ਵੀ ਫਨ ਵੀ ਹੋਣਾ ਚਾਹੀਦਾ ਵੀ ਹਨਾ, ਖੇਡਾਂ ਵਗੈਰਾ ਹੋਣੀਆਂ ਚਾਹੀਦੀਆਂ ਵੀ ਹੋਰ ਵੀ ਫਨੀ ਵੇ ਨਾਲ ਬੱਚਿਆਂ ਨੂੰ ਪੜਾਇਆ ਜਾਵੇ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਇਨ ਸਮੈਟਿਵ ਇਵੈਲੂਏਸ਼ਨ ਵਿਚ ਆਫ ਦਾ ਫੋਲੋਇੰਗ ਮੋਡਸ ਇਜ਼ ਯੂਜ਼ਡ। ਸਮੈਟਿਵ ਮੁਲਾਂਕਣ ਦੀ ਗੱਲ ਕੀਤੀ ਜਾ ਰਹੀ ਹੈ ਜੀ। ਸੋ ਹੇਠ ਦਿੱਤਿਆਂ ਵਿੱਚੋਂ ਕਿਹੜਾ ਜਰੀਆ ਪ੍ਰਯੋਗ ਕੀਤਾ ਜਾਂਦਾ ਹੈ? ਅਸਾਈਨਮੈਂਟ, ਗਰੁੱਪ ਵਰਕ, ਕਲਾਸਰੂਮ ਡਿਸਕਸ਼ਨ ਜਾਂ ਫਿਰ ਐਨੂਅਲ ਐਗਜ਼ਾਮੀਨੇਸ਼ਨ। ਸੌਂਪਿਆ ਹੋਇਆ ਕੰਮ, ਸਮੂਹ ਕਾਰਜ, ਜਮਾਤ ਵਿੱਚ ਵਿਚਾਰ ਵਟਾਂਦਰਾ ਜਾਂ ਫਿਰ ਸਾਲਾਨਾ ਇਮਤਿਹਾਨ। ਸੋ ਦੋਸਤੋ ਆਪਾਂ ਵੈਸੇ ਗੱਲ ਪਹਿਲਾਂ ਵੀ ਕੀਤੀ ਸੀਗੀ, ਇੱਕ ਫਾਰਮੈਟਿਵ ਇਵੈਲੂਏਸ਼ਨ ਹੁੰਦਾ ਹੈ, ਇੱਕ ਹੁੰਦਾ ਹੈ ਸਮੈਟਿਵ ਇਵੈਲੂਏਸ਼ਨ ਜਾਂ ਫਿਰ ਟੈਸਟ ਵੀ ਹੁੰਦੇ ਨੇ, ਫਾਰਮੈਟਿਵ ਟੈਸਟ ਐਂਡ ਸਮੈਟਿਵ ਟੈਸਟ। ਜਿਹੜਾ ਫਾਰਮੈਟਿਵ ਟੈਸਟ ਹੁੰਦਾ ਉਹ ਕਲਾਸ ਦੇ ਵਿੱਚ ਲਿਆ ਜਾਂਦਾ ਜਾਂ ਫਿਰ ਕਹਿ ਲਓ ਕਿ ਬੱਚੇ ਨੇ ਮਤਲਬ ਕਿ ਕੀ ਕੁਝ ਕਿਵੇਂ ਲਰਨ ਕਰ ਰਿਹਾ ਹੈ, ਮਤਲਬ ਕਿ ਹਾਊ ਲਰਨ, ਮਤਲਬ ਉਹਨੇ ਕਿਵੇਂ ਲਰਨ ਕੀਤਾ, ਮਤਲਬ ਕਿ ਕਿੱਥੇ ਉਹਨੂੰ ਨੀਡ ਹੈ ਹਜੇ ਵੀ ਉਸ ਬੱਚੇ ਨੂੰ ਇੰਪਰੂਵਮੈਂਟ ਦੀ। ਇਹ ਆਪਾਂ ਤਾਂ ਲੈਂਦੇ ਹੁੰਦੇ ਆ ਫਾਰਮੈਟਿਵ ਅਸੈਸਮੈਂਟ ਜਾਂ ਫਿਰ ਫਾਰਮੈਟਿਵ ਇਵੈਲੂਏਸ਼ਨ ਕਰਦੇ ਹੁੰਦੇ ਆ। ਬਟ ਜੇਕਰ ਆਪਾਂ ਸਮੈਟਿਵ ਦੀ ਗੱਲ ਕਰੀਏ ਇਹ ਆਪਾਂ ਇਹ ਵੇਖਣ ਲਈ ਲੈਂਦੇ ਹੁੰਦੇ ਆ ਕਿ ਬੱਚੇ ਨੇ ਕਿੰਨਾ ਕੁਝ ਪੜ੍ਹ ਲਿਆ ਹੈ, ਠੀਕ ਹੈ ਨਾ ਜੀ, ਮਤਲਬ ਕਿ ਜੋ ਕੁਝ ਉਹਨੇ ਪੜਿਆ ਸੀ ਉਹਨੇ ਲਿਖਿਆ ਕਿੰਨਾ ਕਾ। ਸੋ ਇਹ ਮਤਲਬ ਕਿ ਇਹ ਐਨੂਅਲ ਐਗਜ਼ਾਮੀਨੇਸ਼ਨ ਹੁੰਦੇ ਆ ਜੀ, ਠੀਕ ਹੈ ਨਾ ਜੀ। ਇਹ ਕੀ ਹੁੰਦੇ ਆ? ਐਨੂਅਲ ਐਗਜ਼ਾਮੀਨੇਸ਼ਨ ਹੁੰਦੇ ਆ ਜਿਹਨੂੰ ਤੁਸੀਂ ਸਾਲਾਨਾ ਇਮਤਿਹਾਨ ਕਹਿ ਸਕਦੇ ਹੋ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ which of the following is the most appropriate form of assessing the affective domain of the student, ਠੀਕ ਹੈ ਨਾ ਜੀ। ਸੋ affective domain ਵੈਸੇ ਹੁੰਦਾ ਕੀ ਹੈ, ਚਲੋ ਇਹਦੀ ਵੀ ਆਪਾਂ ਗੱਲ ਕਰ ਲੈਂਦੇ ਆ। ਸੋ ਇਹਦੇ ਵਿੱਚ ਹੁੰਦਾ ਕੀ ਹੈ? ਸੋ ਇਹਦੇ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਦਿਆਰਥੀ ਦੀ ਪ੍ਰਭਾਵਸ਼ਾਲੀ ਖੇਤਰ ਦਾ ਮੁਲਾਂਕਣ ਕਰਨ ਦਾ ਸਭ ਤੋਂ ਵੱਧ ਢੁਕਵਾਂ ਰੂਪ ਹੈ? ਇੰਟਰਵਿਊ, ਆਬਜ਼ਰਵੇਸ਼ਨ, ਕੁਐਸਚਨੇਅਰ ਜਾਂ ਫਿਰ ਰਿਟਨ ਟੈਸਟ। ਇੰਟਰਵਿਊ, ਨਿਰੀਖਣ, ਪ੍ਰਸ਼ਨਾਵਲੀ ਜਾਂ ਫਿਰ ਲਿਖਤ ਪ੍ਰੀਖਿਆ। ਸੋ ਦੋਸਤੋ ਜਿਹੜਾ ਅਫੈਕਟਿਵ ਡੋਮੇਨ ਹੈ, ਠੀਕ ਹੈ ਨਾ ਜੀ, ਅਫੈਕਟਿਵ ਡੋਮੇਨ ਭਾਵ ਪ੍ਰਭਾਵਸ਼ਾਲੀ ਜਿਹੜਾ ਖੇਤਰ ਹੈ, ਇਹਦੇ ਮਤਲਬ ਹੁੰਦਾ ਕੀ ਹੈ? ਇਹਦੇ ਵਿੱਚ ਨਾ ਮੇਨਲੀ ਆਪਾਂ ਵੇਖਦੇ ਹਾਂ ਕਿ ਜਿਹੜਾ ਬੱਚਾ ਹੈ ਉਹਦੇ ਇਮੋਸ਼ਨਸ, ਉਹਦੇ ਨਾ ਜਿਹੜੀ ਮੇਨਲੀ ਇਮੋਸ਼ਨਸ ਹੈ, ਫੀਲਿੰਗਸ ਹੈਗੀਆਂ ਜੀ, ਉਹਦੀ ਆਪਾਂ ਮੇਨਲੀ ਗੱਲ ਕਰਦੇ ਹਾਂ, ਠੀਕ ਹੈ ਨਾ ਜੀ। ਸੋ ਇਮੋਸ਼ਨਸ ਹੋ ਗਿਆ, ਫੀਲਿੰਗਸ ਹੋ ਗਈਆਂ, ਉਹਨਾਂ ਦੀ ਹੀ ਆਪਾਂ ਮੇਨਲੀ ਆਪਾਂ ਗੱਲ ਕਰਦੇ ਹੁੰਨੇ ਆ। ਸੋ ਇਹਦੇ ਵਿੱਚ ਤੁਸੀਂ ਇਹ ਕਿਵੇਂ ਇੰਟਰਵਿਊ ਲੈ ਕੇ ਕਰ ਸਕਦੇ ਹੋ? ਕੀ ਪਤਾ ਇੰਟਰਵਿਊ ਦੇ ਵਿੱਚ ਆਪਦੇ ਜਿਹੜੇ ਇਮੋਸ਼ਨਸ ਹੈਗੇ ਉਹ ਨਾ ਸ਼ੋ ਕਰੇ,
ਜੇ ਤੁਸੀਂ ਉਹਨੂੰ ਪ੍ਰਸ਼ਨ, ਕੁਐਸਚਨਰੀ ਕੀ ਹੁੰਦੀ ਹੈ ਜੀ, ਪ੍ਰਸ਼ਨਾਂ ਦੀ ਇੱਕ ਲਿਸਟ ਹੁੰਦੀ ਹੈ, ਜੇਕਰ ਤੁਸੀਂ ਉਹਨੂੰ ਦਿੱਤਾ ਤੇ ਮਤਲਬ ਉਹ ਤਾਂ ਉੱਥੇ ਕੁਝ ਵੀ ਲਿਖ ਸਕਦਾ ਹੈ ਨਾ। ਰਿਟਨ ਟੈਸਟ ਦੇ ਵਿੱਚ ਵੀ ਸੇਮ ਗੱਲ ਆ ਗਈ, ਬਟ ਜੇ ਤੁਸੀਂ ਆਬਜ਼ਰਵ ਕਰੋਗੇ, ਕਿਉਂਕਿ ਇਹਦੇ ਵਿੱਚ ਅਫੈਕਟਿਵ ਡੋਮੇਨ ਦੇ ਵਿੱਚ ਬੱਚੇ ਦਾ ਤੁਸੀਂ ਐਟੀਟਿਊਡ ਹੈ, ਉਹ ਸੋਚਦਾ ਕਿਵੇਂ ਹੈ, ਮਤਲਬ ਉਹਦਾ ਪਰਸਪੈਕਟਿਵ ਕੀ ਹੈ ਕਿਸੇ ਚੀਜ਼ ਨੂੰ ਲੈ ਕੇ, ਫੀਲਿੰਗਸ ਕੀ ਹੈਗੀਆਂ ਜੀ, ਇਮੋਸ਼ਨਸ ਕੀ ਹੈ, ਇਹਨਾਂ ਸਾਰੀਆਂ ਗੱਲਾਂ ਦਾ ਪਤਾ ਤੁਹਾਨੂੰ ਫੇਰ ਹੀ ਲੱਗ ਸਕਦਾ ਜੇਕਰ ਤੁਸੀਂ ਨਿਰੀਖਣ ਕਰਦੇ ਹੋ, ਭਾਵ ਆਬਜ਼ਰਵ ਕਰੋਗੇ ਬੱਚੇ ਨੂੰ। ਸੋ ਆਬਜ਼ਰਵੇਸ਼ਨ ਇਜ਼ ਦਾ ਰਾਈਟ ਆਂਸਰ। ਇਹ ਐਪਰੋਪ੍ਰੀਏਟ ਫਾਰਮ ਹੈ ਅਸੈਸਿੰਗ ਲਈ, ਕਿਹਦੇ ਲਈ, ਅਫੈਕਟਿਵ ਡੋਮੇਨ ਲਈ। ਚੱਲਦੇ ਹਾਂ ਜੀ ਆਪਸ਼ਨ ਨੰਬਰ ਬੀ ਦਾ ਟਿਕ ਲਗਾ ਲਓ। ਚੱਲਦੇ ਹਾਂ ਜੀ ਅੱਜ ਦੇ ਆਪਣੇ ਸੈਕੰਡ ਲਾਸਟ ਪ੍ਰਸ਼ਨ ਤੇ। ਸੈਕੰਡ ਲਾਸਟ ਪ੍ਰਸ਼ਨ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ, ਪ੍ਰਣਵ ਸੀਮਸ ਟੂ ਬੀ ਓਵਰਲੋਡਡ ਵਿਦ એનર્ਜੀ, ਹੀ ਬਾਉਂਸਸ on his seat and frequently interrupt others. It is difficult for him to focus and listen to his teacher. He is more likely to belong to which of the following categories? ਪ੍ਰਣਵ ਊਰਜਾ ਨਾਲ ਓਵਰਲੋਡ ਪ੍ਰਤੀਤ ਹੁੰਦਾ ਹੈ, ਉਹ ਆਪਣੀ ਸੀਟ ਉੱਪਰ ਉਛਲਦਾ ਹੈ ਅਤੇ ਲਗਾਤਾਰ ਹੋਰਨਾਂ ਦੇ ਕੰਮ ਵਿੱਚ ਵਿਘਨ ਪਾਉਂਦਾ ਹੈ, ਇਸ ਲਈ ਉਸਦੇ ਅਧਿਆਪਕ ਦੇ ਧਿਆਨ ਕੇਂਦਰ ਕਰਨਾ ਅਤੇ ਸੁਣਨਾ ਔਖਾ ਹੈ। ਉਸਦੇ ਹੇਠ ਦਿੱਤਿਆਂ ਵਿੱਚੋਂ ਕਿਹੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਹੋਏ ਹੋਣ ਦੀ ਸੰਭਾਵਨਾ ਹੈ? ਸੋ ਦੋਸਤੋ ਮਤਲਬ ਕਿ ਇੱਕ ਬੱਚਾ ਹੈ, ਉਹ ਕਾਫੀ ਸਾਰੀ ਕਲਾਸ ਨੂੰ ਪਰੇਸ਼ਾਨ ਕਰ ਰਿਹਾ, ਠੀਕ ਹੈ ਨਾ ਜੀ। ਸੋ ਇਹ ਜਿਹੜਾ ਇੰਟਰਪਸ਼ਨ ਉਹ ਕਰ ਰਿਹਾ, ਠੀਕ ਹੈ ਨਾ ਜੀ, ਜਿਹੜੀ ਕਿ ਡਿਫਿਕਲਟੀ ਹੋ ਰਹੀ ਆ, ਮਤਲਬ ਕਿ ਉਹ ਆਪਦਾ ਫੋਕਸ ਵੀ ਨਹੀਂ ਕਰ ਪਾ ਰਿਹਾ, ਠੀਕ ਹੈ ਨਾ ਜੀ, ਫੋਕਸ ਐਂਡ ਲਿਸਨ ਟੂ ਦਾ ਟੀਚਰ, ਉਹ ਵਾਰ-ਵਾਰ ਟੀਚਰ ਦੀ ਗੱਲ ਨਹੀਂ ਸੁਣ ਰਿਹਾ। ਸੋ ਇਹਦੇ ਵਿੱਚ ਮਤਲਬ ਇਹ ਕਿਹੜੀ ਕੈਟੇਗਰੀ ਤੋਂ ਬਿਲੋਂਗ ਕਰੇਗਾ? ਐਨ ਇਮੋਸ਼ਨਲੀ ਡਿਸਟਰਬਡ ਚਾਈਲਡ, ਜਾਂ ਫਿਰ ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਐਕਟੀਵਿਟੀ ਔਰ ਡਿਸਆਰਡਰ, ਜਾਂ ਫਿਰ ਅਟੈਂਸ਼ਨ ਸਪੈਕਟਰਮ ਡਿਸਆਰਡਰ, ਜਾਂ ਫਿਰ ਡਿਸਪ੍ਰੈਕਸੀਆ। ਸੋ ਦੋਸਤੋ ਇਹ ਸਾਰੀਆਂ ਕੀ ਹੈਗੀਆਂ ਜੀ, ਇੱਕ ਡਿਸੇਬਿਲਿਟੀ ਹੈ, ਫਿਰ ਕਹਿ ਲਓ ਵੀ ਲਰਨਿੰਗ ਪ੍ਰੋਬਲਮਸ ਹੈ। ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕੀ ਹੈ ਜੀ? ਸੋ ਸਾਰਿਆਂ ਨਾਲੋਂ ਪਹਿਲਾਂ ਆਪਾਂ ਸਮਝ ਲੈਣੇ ਜੀ ਡਿਸਪ੍ਰੈਕਸੀਆ ਕੀ ਹੁੰਦਾ। ਮਤਲਬ ਕਿ ਕਈ ਵਾਰ ਬੱਚਾ ਹੈ ਨਾ ਜਿਹੜਾ ਉਹਦਾ ਜਿਹੜਾ ਕੋਆਰਡੀਨੇਸ਼ਨ ਹੈ ਨਾ ਬ੍ਰੇਨ ਦਾ ਤੇ ਮਤਲਬ ਉਹਦੀ ਬੋਡੀ ਨਾਲ ਉਹ ਨਹੀਂ ਬਣ ਪਾਉਂਦਾ। ਸੋ ਇਹਦੇ ਵਿੱਚ ਤੁਸੀਂ ਇਹਨੂੰ ਕਹਿੰਦੇ ਹੋ ਡਿਸਪ੍ਰੈਕਸੀਆ। ਸੋ ਇਹਦੇ ਵਿੱਚ ਇਹ ਗੱਲ ਤਾਂ ਵੇਖਣ ਨੂੰ ਨਹੀਂ ਮਿਲਦੀ। ਸੋ ਇੱਥੇ ਮੈਂ ਤੁਹਾਨੂੰ ਸਿੱਧਾ ਸਹੀ ਜਵਾਬ ਦੱਸ ਦਿੰਦਾ। ਇਹਦੇ ਵਿੱਚ ਅਟੈਂਸ਼ਨ ADHD ਹੈ, ਇਹ ਕੀ ਹੈ ਜੀ? ਮਤਲਬ ਕਿ ਇਹਦੇ ਵਿੱਚ ਬੱਚਾ ਕੀ ਹੁੰਦਾ ਜੀ, ਇਹਦੇ ਵਿੱਚ ਨਾ ਜਿਹੜਾ ਬੱਚਾ ਹੁੰਦਾ ਉਹਦੇ ਵਿੱਚ ਉਹ ਕੀ ਕਰਦੇ ਆ ਜੀ, ਮਤਲਬ ਕਿ ਉਹ ਆਪਦੇ ਆਪ ਨੂੰ ਟਿਕਾ ਕੇ ਨਹੀਂ ਰੱਖ ਸਕਦੇ ਉਹ, ਜਾਂ ਫਿਰ ਕਹਿ ਲਓ ਵੀ ਉਹਨਾਂ ਨੂੰ ਨਾ ਜਿਹੜੀ ਟੀਚਰ ਦੀਆਂ ਗੱਲਾਂ ਹੁੰਦੀਆਂ ਵੀ ਉਹ ਬਿਨਾਂ ਕੋਈ ਸੋਚੇ ਸਮਝੇ ਬੋਲਦੇ ਰਹਿੰਦੇ ਆ, ਇੱਧਰ ਉੱਧਰ ਭੱਜਦੇ ਫਿਰਦੇ ਆ। ਸੋ ਇਹਦੇ ਵਿੱਚ ਮੇਨਲੀ ਕੀ ਹੁੰਦਾ ਵੀ ਉਹ ਕੰਸੈਂਟਰੇਟ ਨਹੀਂ ਕਰ ਪਾਉਂਦੇ, ਠੀਕ ਹੈ ਨਾ ਜੀ। ਮਤਲਬ ਇੱਥੇ ਇਹ ਲਿਖਿਆ ਹੋਇਆ ਨਾ, ਹੀ ਬਾਉਂਸਸ ਔਨ ਹਿਸ ਸੀਟ ਐਂਡ ਫ੍ਰੀਕੁਐਂਟਲੀ ਇੰਟਰਪਟ ਅਦਰਸ, ਵੀ ਇਹ ਬਿਨਾਂ ਕੋਈ ਸੋਚੇ ਸਮਝੇ ਬੋਲਦੇ ਆ। ਮਤਲਬ ਇਹ ਕਾਫੀ ਬੱਚਿਆਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਹੈ ਉਹ ਵੇਖਣ ਨੂੰ ਮਿਲਦੀ ਹੁੰਦੀ ਆ। ਇਹ ਸ਼ੁਰੂਆਤ ਦੇ ਵਿੱਚ ਵੇਖਣ ਨੂੰ ਮਿਲਦੀ ਹੈ, ਬਟ ਹੌਲੀ ਹੌਲੀ ਟਾਈਮ ਦੇ ਨਾਲ ਇਹ ਸੈੱਟ ਵੀ ਹੋ ਜਾਂਦੀ ਹੈ। ਸੋ ਆਪਸ਼ਨ ਨੰਬਰ ਬੀ ਕੀ ਹੈ ਜੀ? ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਐਕਟਿਵ ਡਿਸਆਰਡਰ, ਇਹ ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ, ਇੱਥੇ ਕੀ ਪੁੱਛਿਆ ਜਾ ਰਿਹਾ ਹੈ ਜੀ? ZPD। ਇਹ ਲਾਸਟ ਪ੍ਰਸ਼ਨ ਹੈ ਜੀ। ਵੈਸੇ ਦੋਸਤੋ ਤੁਹਾਨੂੰ ਯਾਦ ਹੋਊਗਾ ਕੱਲ ਵੀ ਆਪਾਂ ਇਹਦੀ ਕਲਾਸ ਲਈ ਸੀ ਵੈਸੇ ਤਾਂ ਥਿਊਰੀ ਵਾਲੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ZPD ਹੈ ਕੀ। ZPD ਤੋਂ ਭਾਵ ਕੀ ਹੈ ਜੀ? ਜ਼ੋਨ ਫॉर ਪ੍ਰੋਕਸੀਮਲ ਡਿਵੈਲਪਮੈਂਟ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਜ਼ੋਨ ਵਿਦ ਪ੍ਰੋਕਸੀਮਲ ਡਿਵੈਲਪਮੈਂਟ, ਜਾਂ ਫਿਰ ਜ਼ੋਨ ਫॉर ਪ੍ਰੋਕਸੀਮਲ ਡਿਵੈਲਪਮੈਂਟ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ ਜੀ? ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸੀਗਾ, ਤੁਹਾਨੂੰ ਮੈਂ ਸਮਝਾਇਆ ਸੀ ਨਾ ਬਹੁਤ ਚੰਗੀ ਤਰ੍ਹਾਂ। ਮਤਲਬ ਕਿ ਇਹ ਜਿਹੜਾ ਮੇਨਲੀ ਕਨਸੈਪਟ ਹੈ ਉਹ ਦਿੱਤਾ ਕਿਨੇ ਆ? ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਿਹੜਾ ZPD ਦਾ ਜਿਹੜਾ ਕਨਸੈਪਟ ਹੈ ਇਹ ਦਿੱਤਾ ਕਿਹਦੇ ਦੁਆਰਾ ਗਿਆ ਸੀਗਾ? ਸੋ ਦੋਸਤੋ ਇਹ ਜਿਹੜਾ ਕਨਸੈਪਟ ਹੈ ਇਹ ਮੇਨਲੀ ਜਿਹੜਾ ਦਿੱਤਾ ਗਿਆ ਸੀਗਾ ਉਹ ਵਾਈਗੋਸਕੀ ਦੁਆਰਾ ਦਿੱਤਾ ਗਿਆ ਸੀਗਾ, ਠੀਕ ਹੈ ਨਾ ਜੀ। ਵਾਈਗੋਸਕੀ ਦੁਆਰਾ ਦਿੱਤਾ ਗਿਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇੱਕ ਸਕੈਫੋਲਡਿੰਗ ਦੀ ਵੀ ਗੱਲ ਕੀਤੀ ਸੀਗੀ। S ਤੋਂ ਸਕੈਫੋਲਡਿੰਗ, Z ਤੋਂ ਕੀ ਹੈ ਜੀ? ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਸੋ ਇਹਦੇ ਵਿੱਚ ਜਿਹੜਾ ਸੀਗਾ ਜੀ ਮਤਲਬ ਹੈ ਨਾ ਜਿਹੜੀ ਟੈਂਪਰੇਰੀ ਹੈਲਪ ਕੀਤੀ ਜਾਂਦੀ ਹੈ, ਮੰਨ ਲਓ ਵੀ ਕਿਸੇ ਕੋਈ ਵੀ ਪਰਸਨ ਆ ਜਿਹਨੂੰ ਮਤਲਬ ਕਿ ਕੋਈ ਚੀਜ਼ ਨਹੀਂ ਆਉਂਦੀ ਕਰਨੀ, ਜਾਂ ਫਿਰ ਕਹਿ ਲਓ ਵੀ ਕਿਸੇ ਪਰਸਨ ਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ, ਸੋ ਉਹਦੀ ਜਿਹੜੀ ਹੈਲਪ ਕੀਤੀ ਜਾਂਦੀ ਹੈ। ਮਤਲਬ ਕਿ ਪਹਿਲਾਂ ਉਹਨੂੰ ਨਹੀਂ ਆਉਂਦਾ ਸੀਗਾ, ਬਟ ਜਿਹੜੀ ਉਹਨੂੰ ਹੈਲਪ ਮਿਲ ਗਈ, ਠੀਕ ਹੈ ਨਾ ਜੀ, ਜਦੋਂ ਉਹਨੂੰ ਹੈਲਪ ਮਿਲੀ ਉਸ ਪਰਸਨ ਨੂੰ ਸਾਈਕਲ ਚਲਾਉਣਾ ਆ ਗਿਆ। ਸੋ ਜਿਹੜੀ ਟੈਂਪਰੇਰੀ ਹੈਲਪ ਮਿਲੀ ਉਹ ਕੀ ਸੀਗੀ? ਸਕੈਫੋਲਡਿੰਗ ਸੀਗੀ, ਠੀਕ ਹੈ ਨਾ ਜੀ। ਬਟ ਜਿਹੜਾ ਉਹ ਸਟੂਡੈਂਟ ਸੀ ਜਾਂ ਫਿਰ ਬੱਚਾ ਸੀ ਵੀ ਉਹਨੂੰ ਪਹਿਲਾਂ ਸਾਈਕਲ ਚਲਾਉਣਾ ਨਹੀਂ ਆ ਰਿਹਾ ਸੀਗਾ, ਤੇ ਉਹਨੂੰ ਉਸ ਮਦਦ ਕਾਰਨ ਕੀ ਹੋਇਆ ਜੀ? ਉਹ ਸਾਈਕਲ ਚਲਾਉਣਾ ਸਿੱਖ ਗਿਆ, ਮਤਲਬ ਕਿ ਉਹਨੇ ਚਲਾਉਣਾ ਸਿੱਖ ਲਿਆ, ਠੀਕ ਹੈ ਨਾ ਜੀ। ਸੋ ਜਿੰਨਾ ਮਤਲਬ ਉਹ ਕਰ ਸਕਦਾ ਸੀਗਾ ਕਿਸੇ ਦੀ ਹੈਲਪ ਦੇ ਥਰੂ, ਮਤਲਬ ਕਿ ਥੋੜੀ ਜਿਹੀ ਮਦਦ ਨਾਲ ਜਿਹੜਾ ਉਹਨੇ ਕੰਮ ਕਰ ਲਿਆ, ਉਹ ਕੀ ਹੈ ਜੀ? ਉਹਦੇ ਲਈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਮਤਲਬ ਕਿ ਉਹਦਾ ਪੋਟੈਂਸ਼ੀਅਲ ਇਹ ਸੀ। ਸੋ ਉਮੀਦ ਕਰਦਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਹ ਵੀ ਤੁਸੀਂ ਸਮਝ ਗਏ ਹੋਵੋਗੇ। ਸੋ ਦੋਸਤੋ ਅੱਜ ਦਾ ਸੈਸ਼ਨ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ। ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ, ਤੇ ਆਪਦੇ ਦੋਸਤਾਂ ਤੱਕ ਵੀ ਇਹ ਜਿਹੜੀ ਵੀਡੀਓ ਹੈ ਜੀ ਉਹਨਾਂ ਤੱਕ ਜਰੂਰ ਪਹੁੰਚਾ ਦਿਓ, ਸ਼ੇਅਰ ਕਰ ਦਿਓ। ਸੋ ਦੋਸਤੋ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू।